ਛੀਨਤ ਬਸਤਰ ਦੀਨ ਬਹੁ ਸਾਜ, ਸੋ ਦਾਮਾ ਅਪਦਾ ਤੇ ਰਾਖਿਆ। ਗਨ ਕਾ ਪੜਤ ਪੂਰੇ ਤਿਹ ਕਾਜ, ਸ੍ਰੀ ਸਤਿਗੁਰ ਸੋ ਪ੍ਰਸੰਨ ਕਲ ਯੁਗ ਹੋਏ। ਰਾਖੋ ਦਾਸ ਭਾਟ ਕੀ ਲਾਜ, ਜਿਉ ਜਾਨੋ ਤਿਉ ਰਾਖ ਹਰ ਪ੍ਰਭ ਤੇਰਿਆ। ਕੀਤੇ ਗਣੋ ਅਸੰਖ ਅਵਗਣ ਮੇਰਿਆ, ਅਸੰਖ ਅਵਗਣ ਖਤੇ ਫੇਰੇ। ਨਿਤ ਪ੍ਰਤ ਸਦ ਭੂਲੀਐ, ਮੋਹ ਮਗਨ ਬਿਕਰਾਲ ਮਾਇਆ ਤਉ ਪ੍ਰਸਾਦੀ ਘੂਲੀਐ। ਲੋਕ ਕਰਤ ਬਿਕਾਰ ਬਿਖੜੇ, ਪ੍ਰਭ ਨੇਰਹੂੰ ਤੇ ਨੇਰਿਆ। ਬਿਨਵੰਤ ਨਾਨਕ ਦਇਆ ਧਾਰੋ, ਕਾਢ ਭਵ ਜਲ ਫੇਰਿਆ। ਏਨੀ ਲੋਇਣੀ ਦੇਖਦਿਆਂ, ਏਨੀ ਲੋਇਣੀ ਦੇਖਦਿਆਂ ਕੇਤੀ ਚੱਲ ਗਈ। ਫਰੀਦਾ ਲੋਕਾ ਆਪੋ ਆਪਣੀ, ਮੈਂ ਆਪਣੀ ਪਈ। ਇੱਕ ਤੇਰਾ ਹੀ ਸਹਾਰਾ ਮੇਰਿਆ ਮਾਲਕਾ, ਨਿਮਾਣੀ ਮੇਰੀ ਜਿੰਦੜੀ ਨੂੰ। ਇੱਕ ਤੇਰਾ ਹੀ ਸਹਾਰਾ ਮੇਰਿਆ ਮਾਲਕਾ, ਨਿਮਾਣੀ ਮੇਰੀ ਜਿੰਦੜੀ ਨੂੰ। ਇੱਕ ਤੇਰਾ ਹੀ ਸਹਾਰਾ ਮੇਰਿਆ ਮਾਲਕਾ, ਨਿਮਾਣੀ ਮੇਰੀ ਜਿੰਦੜੀ ਨੂੰ। ਇੱਕ ਤੇਰਾ ਹੀ ਸਹਾਰਾ ਮੇਰਿਆ ਮਾਲਕਾ, ਨਿਮਾਣੀ ਮੇਰੀ ਜਿੰਦੜੀ ਨੂੰ। ਇੱਕ ਤੇਰਾ ਹੀ ਸਹਾਰਾ ਮੇਰਿਆ ਮਾਲਕਾ, ਨਿਮਾਣੀ ਮੇਰੀ ਜਿੰਦੜੀ ਨੂੰ। ਇੱਕ ਤੇਰਾ ਹੀ ਸਹਾਰਾ ਮੇਰਿਆ ਮਾਲਕਾ, ਨਿਮਾਣੀ ਮੇਰੀ ਜਿੰਦੜੀ ਨੂੰ। ਤੇਰਾ ਹੀ ਸਹਾਰਾ ਸੱਚੇ ਪਾਤਸ਼ਾਹ, ਸਹਾਰਾ ਸੱਚੇ ਪਾਤਸ਼ਾਹ, ਨਿਮਾਣੀ ਮੇਰੀ ਜਿੰਦੜੀ ਨੂੰ। ਇੱਕ ਤੇਰਾ ਹੀ ਸਹਾਰਾ ਮੇਰਿਆ ਮਾਲਕਾ, ਨਿਮਾਣੀ ਮੇਰੀ ਜਿੰਦੜੀ ਨੂੰ। ਇੱਕ ਤੇਰਾ ਹੀ ਸਹਾਰਾ ਮੇਰਿਆ ਮਾਲਕਾ, ਨਿਮਾਣੀ ਮੇਰੀ ਜਿੰਦੜੀ ਨੂੰ। ਇੱਕ ਤੇਰਾ ਹੀ ਸਹਾਰਾ ਮੇਰਿਆ ਮਾਲਕਾ, ਨਿਮਾਣੀ ਮੇਰੀ ਜਿੰਦੜੀ ਨੂੰ। ਇੱਕ ਤੇਰਾ ਹੀ ਸਹਾਰਾ ਮੇਰਿਆ ਮਾਲਕਾ, ਨਿਮਾਣੀ ਮੇਰੀ ਜਿੰਦੜੀ ਨੂੰ। ਇੱਕ ਤੇਰਾ ਹੀ ਸਹਾਰਾ ਮੇਰਿਆ ਮਾਲਕਾ, ਨਿਮਾਣੀ ਮੇਰੀ ਜਿੰਦੜੀ ਨੂੰ। ਨਿਮਾਣੀ ਮੇਰੀ ਜਿੰਦੜੀ ਨੂੰ, ਨਿਮਾਣੀ ਮੇਰੀ ਜਿੰਦੜੀ ਨੂੰ। 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 ਨਿਮਾਣੀ ਮੇਰੀ ਦਾਤਾ ਜਿੰਦੜੀ ਨੂੰ। ਨਿਮਾਣੀ ਮੇਰੀ ਜਿੰਦੜੀ ਨੂੰ। ਨਿਮਾਣੀ ਮੇਰੀ ਜਿੰਦੜੀ ਨੂੰ। ਨਿਮਾਣੀ ਮੇਰੀ ਜਿੰਦੜੀ ਨੂੰ।
ਨਿਮਾਣੀ ਮੇਰੀ ਜਿੰਦੜੀ ਨੂੰ। ਇੱਕ ਤੇਰਾ ਹੀ ਸਹਾਰਾ ਮੇਰਿਆ ਮਾਲਕਾ ਮੇਰੀ ਜਿੰਦੜੀ ਨੂੰ। ਇੱਕ ਤੇਰਾ ਹੀ ਸਹਾਰਾ ਸੱਚੇ ਪਾਤਸ਼ਾਹ ਮੇਰੀ ਜਿੰਦੜੀ ਨੂੰ। ਇੱਕ ਤੇਰਾ ਹੀ ਸਹਾਰਾ ਮੇਰਿਆ ਮਾਲਕਾ ਬਾਣੀ ਮੇਰੀ ਜਿੰਦੜੀ ਨੂੰ। ਜਿਉ ਪਾਵੈ ਤਿਉ ਰਾਖ ਲੈ ਹਮ ਸ਼ਰਨ ਪ੍ਰਭ ਆਏ RAM ਰਾਜੇ ਹਮ ਭੂਲ ਬਿਗਾੜਾ ਦਿਨ ਸਰਾ। ਭੂਲ ਬਿਗਾੜਾ ਦਿਨ ਸਰਾ ਹਰ ਲਾਜ ਰਖਾਏ ਹਮ ਬਾਰਿਕ ਤੂੰ ਗੁਰ ਪਿਤਾ ਹੈ। ਬਾਰਿਕ ਤੂੰ ਗੁਰ ਪਿਤਾ ਹੈ ਦੇ ਮਤ ਸਮਝਾਏ ਜਨ ਨਾਨਕ ਦਾਸ ਹਰ ਕਾਂਡਿਆ। ਜਨ ਨਾਨਕ ਦਾਸ ਹਰ ਕਾਂਡਿਆ ਹਰ ਪੈਜ ਰਖਾਏ ਜਿਉ ਪਾਵੈ ਤਿਉ ਰਾਖ ਲੈ। ਦੀਨ ਦੁਨੀਆ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਅਸਥਾਨਾਂ 'ਤੇ ਆਪਣੇ ਸਾਰਿਆਂ ਦੇ ਬਹੁਤ ਹੀ ਸਤਿਕਾਰਯੋਗ ਸ਼ਰਧਾ ਭਾਵਨਾ ਪ੍ਰੇਮ ਅਤੇ ਸਤਿਕਾਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਇੱਕ ਘੁਮਿਆਰ ਭਾਂਡੇ ਬਣਾਉਂਦਾ ਹੈ, ਮਿੱਟੀ ਦੇ ਭਾਂਡੇ ਜਾਂ ਕੱਚ ਦੇ ਭਾਂਡੇ ਕਹਿ ਲਓ, ਇੱਕੋ ਹੀ ਗੱਲ ਹੈ। ਉਹਨੇ ਭਾਂਡਾ ਤਿਆਰ ਕੀਤਾ, ਜੇ ਹੁਣ ਉਹਦੇ ਤੋਂ ਕੋਈ ਬੰਦਾ ਗਰੰਟੀ ਲਵੇ ਵੀ ਇਹ ਭਾਂਡੇ ਦੀ ਗਰੰਟੀ ਦੇ, ਕਿਸ ਗੱਲ ਦੀ ਗਰੰਟੀ ਵੀ ਇਹ ਭਾਂਡਾ ਕਦੇ ਫੁੱਟਣਾ ਨਹੀਂ, ਘੁਮਿਆਰ ਕਦੇ ਗਰੰਟੀ ਨਹੀਂ ਦਿੰਦਾ। ਉਹ ਕਹਿੰਦਾ ਮੇਰੀ ਇਸ ਗੱਲ ਦੀ ਗਰੰਟੀ ਨਹੀਂ ਹੈ ਵੀ ਇਹ ਭਾਂਡਾ ਕਦੇ ਫੁੱਟਣਾ ਨਹੀਂ ਹੈ, ਇਸ ਗੱਲ ਦੀ ਗਰੰਟੀ ਦੇ ਸਕਦਾ ਵੀ ਮੇਰਾ ਬਣਾਇਆ ਭਾਂਡਾ ਪਿੱਲਾ ਹੈ, ਪੱਕਾ ਹੈ ਜਾਂ ਕੱਚਾ ਹੈ, ਇਹ ਦੱਸ ਸਕਦਾ ਮੈਂ। ਪਰ ਫੁੱਟਣ ਦੀ ਗਰੰਟੀ ਕੀ ਪਤਾ ਘੜਾ ਕਿੱਥੇ ਫੁੱਟ ਜੇ। ਬਿਲਕੁਲ ਉਵੇਂ ਵਾਹਿਗੁਰੂ ਨੇ ਇਹ ਸਰੀਰ ਨੇ ਜਿਹੜੇ ਆਪਣੇ ਨਾ, ਇਹ ਭਾਂਡੇ ਘੜੇ ਨੇ। ਭਾਂਡੇ ਘੜ ਕੇ ਇਸ ਭਾਂਡੇ ਦੇ ਵਿੱਚ ਆਪਣੀ ਜੋਤ ਰੱਖ ਦਿੱਤੀ, ਇਸ ਭਾਂਡੇ ਦੇ ਵਿੱਚ ਸਵਾਸ ਪਾ ਦਿੱਤੇ, ਤੇ ਇਹਦੀ ਗਰੰਟੀ ਗੁਰੂ ਨਾਨਕ ਦੇਵ ਸਾਹਿਬ ਜੀ ਪੁੱਛਦੇ ਨੇ, ਭਾਈ ਬਾਲਾ, ਭਾਈ ਮਰਦਾਨਾ ਜੀ, ਇਹ ਘੜੇ ਦੀ ਗਰੰਟੀ ਦੱਸੋ, ਮੌਤ ਦਾ ਤੇ ਮਨੁੱਖ ਦਾ ਕਿੰਨਾ ਕੁ ਫਾਸਲਾ ਹੈ। ਸਭ ਨੇ ਆਪਣੀ ਆਪਣੀ ਤੁੱਛ ਬੁੱਧ ਦੇ ਮੁਤਾਬਕ ਜਵਾਬ ਦਿੱਤਾ। ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਸਾਡੀ ਤਸੱਲੀ ਨਹੀਂ ਹੋਈ, ਠੋਸ ਜਵਾਬ ਨਹੀਂ ਦਿੱਤਾ ਗਿਆ। ਸਤਿਗੁਰ ਜੀ ਆਪ ਜੀ ਕਿਰਪਾ ਕਰ ਦਿਓ, ਅਸੀਂ ਅਲਪੱਗ ਜੀਵ ਹਾਂ, ਥੋੜ੍ਹੀ ਮੱਤ ਵਾਲੇ ਹਾਂ, ਇਸ ਕਰਕੇ ਕਿਰਪਾ ਕਰੋ, ਆਪ ਜੀ ਰਹਿਮਤ ਕਰੋ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਆਖਿਆ, ਭਾਈ ਬਾਲਾ, ਭਾਈ ਮਰਦਾਨਾ, ਇਹ ਜਿਹੜਾ ਭਾਂਡਾ ਹੈ ਨਾ, ਹਮ ਆਦਮੀ ਹਾਂ ਇੱਕਦਮੀ, ਮੋਹਲਤ ਮੋਹਤ ਨਾ ਜਾਣਾ,
ਨਾਨਕ ਬਿਨ ਵੈ ਤਿਸੇ ਸਰੇਵੋ ਜਾ ਕੇ ਜੀ ਪ੍ਰਾਣਾ। ਇਸ ਭਾਂਡੇ ਦੇ ਵਿੱਚ ਜਿਹੜੇ ਸਵਾਸ ਚੱਲ ਰਹੇ ਨੇ, ਆਪਾਂ ਨੂੰ ਦੋ ਦਮ ਆਉਂਦੇ ਨੇ, ਇੱਕ ਦਮ ਅੰਦਰ ਗਿਆ, ਇੱਕ ਦਮ ਬਾਹਰ ਆਇਆ। ਦੋ ਸਵਾਸ ਆਪਾਂ ਲੈਂਦੇ ਹਾਂ, ਇੱਕ ਕਹਿੰਦੇ ਆ ਸਵਾਸ ਅੰਦਰ ਖਿੱਚਿਆ, ਇੱਕ ਆਖਦੇ ਆ ਵੀ ਸਵਾਸ ਬਾਹਰ ਆਇਆ। ਸਤਿਗੁਰੂ ਜੀ ਕਹਿੰਦੇ ਸਵਾਸ ਬੰਦਾ ਦਮ ਦੋ ਲੈਂਦਾ ਹੈ, ਪਰ ਮਾਲਕ ਇਹ ਇੱਕ ਦਾ ਹੀ ਹੈ। ਉਹ ਕਿਵੇਂ ਮਹਾਰਾਜ? ਕਹਿੰਦੇ ਅੰਦਰਲਾ ਅੰਦਰ ਰੁਕ ਸਕਦਾ, ਬਾਹਰਲਾ ਬਾਹਰ ਰੁਕ ਸਕਦਾ। ਤੇਰੇ ਹੱਥ ਪੱਲੇ ਤਾਂ ਹੈ ਨਹੀਂ ਕੁਛ, ਜਦੋਂ ਮਰਜ਼ੀ ਰੁਕ ਜੇ, ਜਿੱਥੇ ਮਰਜ਼ੀ ਰੁਕ ਜੇ, ਇਹਨੇ ਰੁਕ ਜਾਣਾ ਹੈ। ਵੇਖੋ ਜਦੋਂ ਬੰਦੇ ਦੀ ਮੌਤ ਹੁੰਦੀ ਹੈ, ਉਦੋਂ ਦੋਨਾਂ 'ਚੋਂ ਇੱਕੋ ਹੀ ਕੰਮ ਹੁੰਦਾ, ਜਾਂ ਤਾਂ ਬੰਦੇ ਨੇ ਅੰਦਰ ਸਵਾਸ ਖਿੱਚਿਆ ਮੁੜ ਕੇ ਬਾਹਰ ਨਹੀਂ ਆਇਆ, ਜਾਂ ਬਾਹਰ ਸਵਾਸ ਰਹਿ ਗਿਆ ਮੁੜ ਕੇ ਅੰਦਰ ਨਹੀਂ ਲੈ ਸਕਿਆ। ਮੌਤ ਇਸੇ ਤਰ੍ਹਾਂ ਹੀ ਹੁੰਦੀ ਹੈ ਸਰੀਰ ਦੀ। ਇੱਕ ਦਮ ਦੇ ਮਾਲਕਾਂ, ਇਹ ਭਾਂਡਾ ਕਹਾਂ ਬਿਸਾਸਾ, ਇਸ ਭਾਂਡੇ ਕਾ ਇਤਨਾ ਕ ਲਾਗਾ ਠਣਕਾ। ਇਹਦਾ ਕੋਈ ਬਹੁਤਾ ਵੱਡਾ ਭਰੋਸਾ ਨਹੀਂ ਹੈ। ਹਾਂ, ਜਿਤਨਾ ਚਿਰ ਇਹਦੇ ਵਿੱਚ ਸਵਾਸ ਚੱਲਦੇ ਨੇ, ਇਹ ਬੜੀ ਅਮੋਲਕ ਚੀਜ਼ ਹੈ ਬੰਦਿਆ। ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੈ ਬਾਰ। ਜਿਉਂ ਬਨਫਲ ਪਾ ਕੇ ਭੋਏ ਗਿਰਹਿ, ਬਹੁਰ ਨਾ ਲੱਗਹਿ ਡਾਰ। ਇੱਕ ਸਾਈਡ ਤਾਂ ਇਹ ਹੈ ਵੀ ਇਹਦਾ ਭਰੋਸਾ ਪਲਦਾ ਹੈ ਨਹੀਂ, ਦੂਸਰੀ ਸਾਈਡ ਇਹਦੇ ਵਿੱਚ ਜਦੋਂ ਸਵਾਸ ਚੱਲਦੇ ਨੇ, ਇਹਦੇ ਬਰਾਬਰ ਦੁਨੀਆ ਤੇ ਕੋਈ ਹੋਰ ਚੀਜ਼ ਹੈ ਵੀ ਨਹੀਂ ਬੰਦੇ ਦੇ ਬਰਾਬਰ। ਕਿਉਂ? 184 ਜੌਨ ਉਪਾਈ, ਮਾਨਸ ਕਉ ਪ੍ਰਭ ਦੀ ਵਡਿਆਈ। ਇਸ ਪੌੜੀ ਤੇ ਜੋ ਨਰ ਚੂਕੈ, ਸੋ ਆਏ ਜਾਏ ਦੁੱਖ ਪਾਏਂਦਾ। 84 ਲੱਖ ਜੂਨ ਵਾਹਿਗੁਰੂ ਨੇ ਪੈਦਾਇਸ਼ ਕੀਤੀ ਹੈ, ਸਾਜੀ ਹੈ, ਸਾਜਣਾ ਕੀਤੀ ਹੈ, ਸਭ ਦੀ ਪ੍ਰਤਪਾਲਣਾ ਕਰ ਰਿਹਾ। ਪਰ ਮਾਨਸ ਕਉ ਪ੍ਰਭ ਦੀ ਵਡਿਆਈ, ਵਾਹਿਗੁਰੂ ਨੇ ਮਨੁੱਖ ਨੂੰ ਵੱਡੀ ਵਡਿਆਈ ਦੇ ਦਿੱਤੀ, ਵੱਡਾ ਮਾਣ ਦੇ ਦਿੱਤਾ ਵੀ ਬੰਦਿਆ ਤੈਨੂੰ ਉਹ ਤਾਕਤ ਦਿੰਨਾ, ਉਹ ਪਾਵਰ ਦਿੰਨਾ, ਜਿਸ ਤਾਕਤ ਦੇ ਬਲ ਬੁੱਧ ਦੇ ਆਸਰੇ ਤੂੰ ਵੱਡੇ ਵੱਡੇ ਖੂਨੀ ਹਾਥੀਆਂ ਨੂੰ, ਬੱਬਰ ਸ਼ੇਰਾਂ ਨੂੰ, ਕੋਬਰਾ ਵਰਗੇ ਸੱਪਾਂ ਨੂੰ ਪਟਾਰੀਆਂ ਦੇ ਵਿੱਚ ਪਾ ਕੇ ਬੰਦ ਕਰ ਲਵੇਂਗਾ ਆਪਣੀ ਬੁੱਧ ਦੇ ਆਸਰੇ। ਇਹ ਬਲ ਦਿੱਤਾ ਹੈ, ਇਹ ਬੁੱਧ ਦਿੱਤੀ ਹੈ। ਸੋ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਇਹਦਾ ਭਰੋਸਾ ਕੋਈ ਨਹੀਂ, ਇਹਨੇ ਇੱਕ ਦਿਨ ਫੁੱਟਣਾ, ਵਿਣਸਣਾ। ਪਰ ਪਰਿਵਾਰ ਦੇ ਵਾਸਤੇ, ਸੰਬੰਧੀਆਂ ਵਾਸਤੇ ਇਹ ਬਹੁਤ ਦੁੱਖ ਦਾ ਸਮਾਂ ਹੁੰਦਾ ਹੈ, ਵਿਛੋੜੇ ਦਾ ਸਮਾਂ ਹੁੰਦਾ ਹੈ, ਵੱਡਾ ਦਰਦ ਹੁੰਦਾ ਹੈ। ਸੋ ਸਤਿਗੁਰੂ ਜੀ ਕਹਿੰਦੇ ਵੇਖੋ, ਇਹ ਸਰੀਰ ਨੇ ਜਦੋਂ ਵਿਣਸਣਾ, ਇਹਦੇ ਵਿਣਸਣ ਤੋਂ ਪਹਿਲਾਂ ਇੱਕ ਕੰਮ ਕਰ। ਉਹ ਮੈਨੂੰ ਵੀ ਆਖ ਰਹੇ ਨੇ, ਤੁਹਾਨੂੰ ਵੀ ਆਖ ਰਹੇ ਨੇ। ਕੀ ਕਹਿੰਦੇ ਨੇ ਪਾਤਸ਼ਾਹ ਅੰਮ੍ਰਿਤ ਬਾਣੀ ਵਿੱਚ? ਸੁਣੋ ਪ੍ਰੇਮ ਦੇ ਨਾਲ। ਪਿਆਰੇ ਜੀ ਸਵਾਸਾਂ ਦਾ ਭਰੋਸਾ ਕੋਈ ਨਾ, ਮੇਰੇ ਪਿਆਰੇ ਸਵਾਸਾਂ ਦਾ ਭਰੋਸਾ ਕੋਈ ਨਾ। ਪਿਆਰੇ ਜੀ ਸਵਾਸਾਂ ਦਾ ਭਰੋਸਾ ਕੋਈ ਨਾ, ਮੇਰੇ ਪਿਆਰੇ ਸਵਾਸਾਂ ਦਾ ਭਰੋਸਾ ਕੋਈ ਨਾ। ਪਿਆਰੇ ਜੀ ਸਵਾਸਾਂ ਦਾ ਭਰੋਸਾ ਕੋਈ ਨਾ, ਮੇਰੇ ਪਿਆਰੇ ਸਵਾਸਾਂ ਦਾ ਭਰੋਸਾ ਕੋਈ ਨਾ। ਮੇਰੇ ਪਿਆਰੇ ਸਵਾਸਾਂ ਦਾ ਭਰੋਸਾ ਕੋਈ ਨਾ, ਪਿਆਰਿਓ ਸਵਾਸਾਂ ਦਾ ਭਰੋਸਾ ਕੋਈ ਨਾ। ਪਿਆਰੇ ਸਵਾਸਾਂ ਦਾ ਭਰੋਸਾ ਕੋਈ ਨਾ, ਪਿਆਰੇ ਜੀ ਸਵਾਸਾਂ ਦਾ ਭਰੋਸਾ ਕੋਈ ਨਾ। ਮੇਰੇ ਪਿਆਰੇ ਸਵਾਸਾਂ ਦਾ ਭਰੋਸਾ ਕੋਈ ਨਾ, ਪਿਆਰੇ ਜੀ ਸਵਾਸਾਂ ਦਾ ਭਰੋਸਾ ਕੋਈ ਨਾ। ਨਾਮ ਜਪਣ ਦੀ ਕਦੇ ਨਾ ਢਿੱਲ ਕਰੀਏ ਬਈ, ਕਦੇ ਨਾ ਢਿੱਲ ਕਰੀਏ। ਸਵਾਸਾਂ ਦਾ ਭਰੋਸਾ ਕੋਈ ਨਾ, ਸੇਵਾ ਕਰਨੇ ਦੀ ਕਦੇ ਨਾ ਢਿੱਲ ਕਰੀਏ। ਸਵਾਸਾਂ ਦਾ ਭਰੋਸਾ ਕੋਈ ਨਾ, ਨਾਮ ਜਪਣ ਦੀ ਕਦੇ ਨਾ ਢਿੱਲ ਕਰੀਏ। ਸਵਾਸਾਂ ਦਾ ਭਰੋਸਾ
ਸੇਵਾ ਕਰਨੇ ਦੀ ਕਦੇ ਨਾ ਢਿੱਲ ਕਰੀਏ, ਸਵਾਸਾਂ ਦਾ ਭਰੋਸਾ ਕੋਈ ਨਾ। ਨਾਮ ਜਪਣ ਦੀ ਕਦੇ ਨਾ ਢਿੱਲ ਕਰੀਏ, ਸਵਾਸਾਂ ਦਾ ਭਰੋਸਾ ਕੋਈ ਨਾ। ਸੇਵਾ ਕਰਨੇ ਦੀ ਕਦੇ ਨਾ ਢਿੱਲ ਕਰੀਏ, ਸਵਾਸਾਂ ਦਾ ਭਰੋਸਾ ਕੋਈ ਨਾ। ਬਾਣੀ ਪੜ੍ਹਨੇ ਦੀ ਕਦੇ ਨਾ ਢਿੱਲ, ਕਦੇ ਨਾ ਢਿੱਲ ਕਰੀਏ ਬਈ, ਸਵਾਸਾਂ ਦਾ ਭਰੋਸਾ ਕੋਈ ਨਾ। ਅੰਮ੍ਰਿਤ ਛਕਣੇ ਦੀ ਕਦੇ ਨਾ ਢਿੱਲ ਕਰੀਏ, ਸਵਾਸਾਂ ਦਾ ਭਰੋਸਾ ਕੋਈ ਨਾ। ਬਾਣੀ ਦੀ ਕਦੇ ਨਾ ਢਿੱਲ ਕਰੀਏ, ਸਵਾਸਾਂ ਦਾ ਭਰੋਸਾ ਕੋਈ ਨਾ। ਅੰਮ੍ਰਿਤ ਛਕਣੇ ਦੀ ਕਦੇ ਨਾ ਢਿੱਲ ਕਰੀਏ, ਸਵਾਸਾਂ ਦਾ ਭਰੋਸਾ ਕੋਈ ਨਾ। ਬਾਣੀ ਪੜ੍ਹਨੇ ਦੀ ਕਦੇ ਨਾ ਢਿੱਲ ਕਰੀਏ, ਸਵਾਸਾਂ ਦਾ ਭਰੋਸਾ ਕੋਈ ਨਾ। ਅੰਮ੍ਰਿਤ ਛਕਣੇ ਦੀ ਕਦੇ ਨਾ ਢਿੱਲ ਕਰੀਏ, ਸਵਾਸਾਂ ਦਾ ਭਰੋਸਾ ਕੋਈ ਨਾ। ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਬਚਨ ਹਨ। ਕਹਿੰਦੇ ਭਾਂਡੇ ਨੇ ਫੁੱਟ ਜਾਣਾ, ਕਦੋਂ ਫੁੱਟਣਾ, ਕਿੱਥੇ ਫੁੱਟਣਾ, ਕਿਵੇਂ ਫੁੱਟਣਾ, ਕਿਸੇ ਨੂੰ ਪਤਾ ਨਹੀਂ। ਕਿਉਂਕਿ ਸਰੀਰ ਦੀ ਮੌਤ ਹੈ, ਕੀ ਪਤਾ ਕਿਸ ਤਰ੍ਹਾਂ ਦੀ ਹੋਵੇ। ਆਪਣੀਆਂ ਅੱਖਾਂ ਸਾਹਮਣੇ ਤਰ੍ਹਾਂ ਤਰ੍ਹਾਂ ਦੀਆਂ ਮੌਤਾਂ ਨੇ। ਕੋਈ ਆਪਣੇ ਪਰਿਵਾਰ ਵਿੱਚ ਸਰੀਰ ਛੱਡ ਦਿੰਦਾ, ਕੋਈ ਹਸਪਤਾਲ ਵਿੱਚ ਸਰੀਰ ਛੱਡਦਾ, ਕਿਸੇ ਦੀ ਪਾਣੀ 'ਚ ਡੁੱਬ ਕੇ ਮੌਤ ਹੁੰਦੀ ਹੈ, ਕੋਈ ਗੱਡੀਆਂ ਥੱਲੇ ਆ ਜਾਂਦਾ, ਕੋਈ ਸਪਰੇਹਾਂ ਪੀ ਜਾਂਦਾ, ਕੋਈ ਰੱਸੇ ਗਲਾਂ ਵਿੱਚ ਪਾ ਲੈਂਦਾ। ਸਰੀਰ ਦੀ ਮੌਤ ਹੈ, ਕੀ ਪਤਾ ਕਿਵੇਂ ਹੋਵੇ। ਸੋ ਇਸ ਕਰਕੇ ਇਹ ਭਾਂਡਾ ਬਿਨਸਣ ਤੋਂ ਪਹਿਲਾਂ ਨਾ ਹਰ ਜਪਦੇ ਆ, ਖਿਨ ਢਿੱਲ ਨਾ ਕੀਜੇ ਮੇਰੀ ਜਿੰਦੜੀਏ। ਖਿਨ ਕਹੀਏ ਸਕਿੰਟ, ਇੱਕ ਸਕਿੰਟ ਦੀ ਵੀ ਢਿੱਲ ਨਾ ਕਰੀ ਹਰੀ ਦਾ ਨਾਮ ਜਪਣ ਦੀ, ਉੱਤਮ ਕਰਮ ਕਰਨ ਦੀ, ਸ਼ੁਭ ਕਰਮ ਕਰਨ ਦੀ, ਚੰਗੀਆਂ ਗੱਲਾਂ ਕਰਨ ਦੀ ਕਦੇ ਢਿੱਲ ਨਾ ਵਰਤੀ। ਮੱਤ ਕੇ ਜਾਪੈ ਸਾਹ ਆਵੈ ਕਿ ਨਾ ਆਵੈ ਰਾਮ। ਹੁਣ ਸਾਹ ਦਾ ਕੀ ਪਤਾ, ਸਾਹ ਚੱਲਦਾ ਤਾਂ ਸਾਰੇ ਜੀ ਜੀ ਆਖਦੇ ਨੇ, ਸਾਹ ਰੁਕ ਗਿਆ ਬਸ ਫਿਰ ਫੋਨ ਹੋ ਜਾਂਦੇ ਨੇ ਵੀ ਆ ਜਾਓ ਬਈ, ਤੁਰ ਗਿਆ। ਇਸ ਕਰਕੇ ਸਵਾਸਾਂ ਦੀ ਕੀਮਤ ਨੂੰ ਜਾਣਨਾ, ਸਮੇਂ ਦੀ ਕੀਮਤ ਨੂੰ ਜਾਣਨਾ, ਸਰੀਰ ਦੀ ਕੀਮਤ ਨੂੰ ਜਾਣਨਾ। ਕੋਈ ਪਤਾ ਨਹੀਂ ਸਵਾਸਾਂ ਦਾ। ਅੱਜ ਦਾ ਪ੍ਰਕਰਨ ਆਪਾਂ ਇਹ ਲਿਆ, ਇੱਕ ਤੇਰਾ ਹੀ ਸਹਾਰਾ ਸੱਚੇ ਪਾਤਸ਼ਾਹ, ਨਮਾਣੀ ਮੇਰੀ ਜਿੰਦੜੀ ਨੂੰ। ਅਫਸੋਸ ਕਿਤੇ ਮਨੁੱਖ ਦਾ ਇਹ ਵਿਸ਼ਵਾਸ ਬਣ ਜਾਵੇ, ਇਹ ਭਰੋਸਾ ਬਣ ਜਾਵੇ ਵੀ ਇੱਕ ਓੰਕਾਰ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਪਰਿਪੂਰਨ, ਉਸ ਪਰਮਾਤਮਾ ਦੀ ਕਿਰਪਾ ਸਦਕਾ ਹੀ ਸਾਨੂੰ ਸਭ ਕੁਝ ਪ੍ਰਾਪਤ ਹੈ। ਮਨੁੱਖ ਉਦਮ ਕਰ ਸਕਦਾ ਹੈ, ਮਨੁੱਖ ਮਿਹਨਤਾਂ ਕਰ ਸਕਦਾ ਹੈ, ਬੜੀ ਵਧੀਆ ਗੱਲ ਹੈ, ਕਰਨੀਆਂ ਚਾਹੀਦੀਆਂ ਨੇ, ਦਿਨ ਰਾਤ ਕਰੋ। ਪਰ ਬੈਕਗਰਾਉਂਡ ਤੇ ਕੀ ਹੈ? ਮਾਤ ਗਰਭ ਮਹਿ ਆਪਨ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ। ਉਹ ਵਾਹਿਗੁਰੂ ਪਰਮੇਸ਼ਰ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋਂ ਵਿਸਾਰੀ ਹੈ। ਉਹ ਧਿਆਨ ਨਹੀਂ ਸਾਡਾ ਟੁੱਟਣਾ ਚਾਹੀਦਾ। ਸੋ ਇਹ ਭਰੋਸਾ ਬਣ ਜਾਵੇ ਸਿੱਖ ਦਾ ਵੀ ਇੱਕ ਵਾਹਿਗੁਰੂ ਦਾ ਜਿਹੜਾ ਹੈਗਾ ਭਰੋਸਾ ਹੈ ਜਿੰਦ ਨੂੰ, ਤੇ ਫਿਰ ਜੀਵਨ ਜਿਉਣ ਦਾ ਆਨੰਦ ਆ ਜਾਂਦਾ ਹੈ। ਨਹੀਂ ਤਾਂ ਜਿਹੜਾ ਵਾਹਿਗੁਰੂ ਦੇ ਨਾਲੋਂ ਟੁੱਟ ਕੇ ਜੀਵਨ ਜਿਉਣਾ ਹੈ, ਉਹਦੇ ਵਿੱਚ ਆਪਾਂ ਜਦੋਂ ਇਸ ਗੱਲ ਦਾ ਕੰਪੈਰੀਜ਼ਨ ਕਰਾਂਗੇ, ਜ਼ਿਆਦਾਤਰ ਇਹੋ ਹੀ ਗੱਲ ਨਿਕਲਦੀ ਹੈ ਵੀ ਮਨੁੱਖ ਅਸ਼ਾਂਤ ਹੈ, ਮਨੁੱਖ ਦੁਖੀ ਹੈ, ਮਨੁੱਖ ਵਿਆਕਲ ਹੈ, ਤੇ ਮਨੁੱਖ ਡਿਪਰੈਸ਼ਨ ਦੇ ਵਿੱਚ ਹੈ। ਸੰਸਾਰ ਜਿਹੜਾ ਹੈਗਾ ਲੋਭ ਦੇ ਵਿੱਚ, ਕਾਮ ਕ੍ਰੋਧ ਦੇ ਵਿੱਚ, ਹੰਕਾਰ ਦੇ ਵਿੱਚ, ਇਹਨਾਂ ਚੀਜ਼ਾਂ ਦੇ ਵਿੱਚ ਡੁੱਬਿਆ ਹੋਇਆ ਹੈ। ਕਿਉਂ? ਕਿਉਂਕਿ ਇਹਨੇ ਆਸਰਾ ਜਿਹੜਾ ਹੈਗਾ ਨਾ ਵਾਹਿਗੁਰੂ ਪਰਮੇਸ਼ਰ ਨੂੰ ਨਹੀਂ ਬਣਾਇਆ। ਇਹ ਆਸਰਾ ਲੈਂਦਾ ਆਪਣੀ ਤਾਕਤ ਦਾ, ਆਪਣੇ ਮਾਣ ਦਾ, ਆਪਣੇ ਹੰਕਾਰ ਦਾ। ਤੇ ਭਗਤ ਕਬੀਰ ਜੀ ਤਾਂ ਕੁਛ ਹੋਰ ਦੱਸਦੇ ਨੇ, ਕਹਿੰਦੇ ਭੋਲਿਆ ਇਹ ਆਸਰਾ, ਇਸ ਆਸਰੇ ਨੂੰ ਛੱਡ ਕੇ ਕਬੀਰ ਗਰਬ ਨਾ ਕੀਜੀਐ। ਗਰਬ ਕਹੀਏ ਹੰਕਾਰ, ਇਹ ਹੰਕਾਰ ਦਾ ਆਸਰਾ ਲੈਂਦਾ। ਕਿਸ ਗੱਲ ਦਾ? ਉਹ ਸੁਣੋ, ਕਬੀਰ ਗਰਬ ਨਾ ਕੀਜੀਐ ਉੱਚਾ ਦੇਖ ਆਵਾਸ। ਉੱਚੀਆਂ ਮਹਿਲ ਮਾੜੀਆਂ, ਉੱਚੇ ਅਹੁਦੇ, ਸਰੀਰ ਦੀ ਸੁੰਦਰਤਾ, ਬਹੁਤਾ ਧਨ ਪ੍ਰਾਪਤ ਹੋ ਜਾਣਾ, ਕੋਈ ਇਸ ਤਰ੍ਹਾਂ ਦੀਆਂ ਗੱਲਾਂ ਦਾ ਬੰਦਾ ਮਾਣ ਕਰਦਾ ਹੈ। ਉੱਚਾ ਦੇਖ ਆਵਾਸ
ਕਹਿੰਦੇ ਤੇਰੇ ਇਹ ਗੱਲ ਚੇਤੇ ਹੋਣੀ ਚਾਹੀਦੀ ਹੈ, ਆਜ ਕਾਲ ਭੋਏ ਲੇਟਣਾ, ਪਲੰਘਾਂ ਤੇ ਪੈਣ ਵਾਲੇ, ਸਿਉਨੇ ਦੇ ਪਲੰਘਾਂ ਤੇ ਪੈਣ ਵਾਲੇ, ਹਾਥੀਆਂ ਤੇ ਸਿਉਨੇ ਦੀਆਂ ਕਾਠੀਆਂ ਤੇ ਬੈਠਣ ਵਾਲੇ, ਆਜ ਕਾਲ ਭੋਏ ਲੇਟਣਾ, ਉੱਪਰ ਜਾਮੈ ਘਾਸ, ਘਾਹ ਹੀ ਜੰਮਣਾ ਫਿਰ ਸੁਆਹ ਦੇ ਉੱਤੇ। ਇਸ ਕਰਕੇ ਉਹ ਆਸਰੇ ਨੂੰ ਛੱਡ। ਕਲਗੀ ਵਾਲੇ ਪਾਤਸ਼ਾਹ ਕਹਿੰਦੇ ਸਗਲ ਦਵਾਰ ਕਉ ਛਾੜ ਕੈ, ਗਾਹਿਓ ਤੁਹਾਰੋ ਦਵਾਰ, ਬਾਹੇ ਗਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਦਾਸ ਬਣ ਜਾ, ਗੋਲਾ ਬਣ ਜਾ, ਸੇਵਕ ਬਣ ਜਾ, ਜਨ ਬਣ ਜਾ, ਗੁਰਮੁਖ ਬਣ ਜਾ। ਇਹ ਸ਼ੁਭ ਗੁਣ ਜਦੋਂ ਤੇਰੇ ਆਪਣੇ ਸਾਰਿਆਂ ਦੇ ਹਿਰਦੇ ਰੂਪੀ ਝੋਲੀ ਵਿੱਚ ਹੋਣਗੇ ਨਾ, ਫਿਰ ਜੀਵਨ ਜਿਉਣ ਦਾ ਆਨੰਦ ਆਉਂਦਾ ਹੈ। ਉਹ ਤੋਂ ਪਹਿਲਾਂ ਤਾਂ ਬੇਚੈਨੀ ਹੈ। ਵੇਖ ਲਓ ਸੰਸਾਰ ਨੂੰ, ਸੰਤੁਸ਼ਟੀ ਨਹੀਂ ਹੈਗੀ ਸੰਸਾਰ ਵਿੱਚ, ਸਬਰ ਨਹੀਂ ਹੈਗਾ ਸੰਸਾਰ ਵਿੱਚ, ਸੰਤੋਖ ਨਹੀਂ ਹੈਗਾ। ਜਦੋਂ ਇਹ ਗੁਰਬਾਣੀ ਦੇ ਨਾਲ ਜੁੜੇਗਾ ਨਾ ਅੰਦਰੋਂ, ਗੱਲਾਂ ਨਾਲ ਨਹੀਂ ਕਦੇ ਵੀ ਕੁਛ ਹੁੰਦਾ, ਪ੍ਰੈਕਟੀਕਲੀ ਇਹ 'ਤੇ ਅਸਰ ਹੋਣਾ ਹੈ। ਪ੍ਰੈਕਟੀਕਲ ਤੋਂ ਬਗੈਰ ਅਸਰ ਨਹੀਂ ਹੁੰਦਾ। ਉਸ ਤਰ੍ਹਾਂ ਤਾਂ ਹਰ ਕੋਈ ਆਖੀ ਜਾਵੇ ਮੈਂ MA ਕੀਤੀ ਹੈ, ਮੈਂ BA ਕੀਤੀ ਹੈ, ਅਤੇ ਫਿਰ ਜਦੋਂ ਇਹਨੇ ਜੋਬ ਲੈਣੀ ਹੁੰਦੀ ਹੈ ਉਦੋਂ ਇਹਦੀਆਂ ਇਹਨਾਂ ਗੱਲਾਂ 'ਤੇ ਤਾਂ ਨਹੀਂ ਇਤਬਾਰ ਕੀਤਾ ਜਾਂਦਾ ਵੀ ਮੈਂ ਆਹ ਕੀਤਾ, ਮੇਰੇ ਕੋਲ ਆਹ ਡਿਗਰੀ ਹੈ। ਉਦੋਂ ਕੀ ਕੀਤਾ ਜਾਂਦਾ ਹੈ? ਕਹਿੰਦੇ ਸਰਟੀਫਿਕੇਟ ਵਿਖਾ। ਸਰਟੀਫਿਕੇਟ ਕਿੱਥੇ ਹੈ ਤੇਰਾ? ਕਹਿੰਦਾ ਉਹ ਤਾਂ ਹੈ ਨਹੀਂ। ਕਹਿੰਦੇ ਫਿਰ ਅਸੀਂ ਨਹੀਂ ਮੰਨਦੇ, ਭਾਵੇਂ ਤੂੰ PhD ਕਰੀ ਫਿਰਦਾ। ਸਰਟੀਫਿਕੇਟ ਲੈ ਕੇ ਆ, ਮੰਨ ਜਾਵਾਂਗੇ, ਉਹ 'ਤੇ ਜਿਹੜੀ ਡਿਗਰੀ ਹੋਵੇਗੀ ਮੰਨ ਜਾਵਾਂਗੇ। ਇਸੇ ਤਰ੍ਹਾਂ ਗੁਰੂ ਨੇ ਸਾਡੇ ਕੋਲੋਂ ਪੁੱਛਣਾ ਵੀ ਦੱਸ ਬਈ। ਸੋ ਭਾਈ ਸਤਿਗੁਰੂ ਮਹਾਰਾਜ ਜੀ ਕਹਿੰਦੇ ਕਬੀਰ ਗਰਬ ਨਾ ਕੀਜੀਐ, ਚਾਮ ਲਪੇਟੇ ਹਾੜ, ਹੈਵਰ ਉੱਪਰ ਛਤਰ ਤਰ। ਸਮਝ ਆਉਂਦੀ ਹੋਣੀ ਹੈ ਨਾ, ਹੈਵਰ ਹਾਥੀ, ਹਾਥੀਆਂ ਦੇ ਉੱਤੇ ਸਵਾਰੀਆਂ ਕਰਨ ਵਾਲੇ ਤੇ ਸਿਉਨੇ ਦੇ ਛਤਰ ਝੁੱਲਦੇ ਨੇ ਜਿਨ੍ਹਾਂ ਦੇ ਸਿਰ ਤੇ। ਚੱਕਰਵਰਤੀ ਬਾਦਸ਼ਾਹ ਦੀ ਗੱਲ ਕਰ ਰਹੇ ਨੇ, ਚੱਕਰਵਰਤੀ ਰਾਜਾ। ਤੇ ਫੁੰਨ ਧਰਨੀ ਗਾਰਡ, ਕਹਿੰਦੇ ਉਹ ਵੀ ਕਬਰਾਂ ਵਿੱਚ ਦੱਬੇ ਪਏ ਨੇ, ਧਰਤੀ ਦੇ ਵਿੱਚ ਗਾਰਡ ਦੱਬੇ ਪਏ ਨੇ, ਉਹ ਵੀ ਤੁਰ ਗਏ। ਤੇ ਹੁਣ ਆਪਾਂ ਨੂੰ ਉਹੀ ਤਾਂ ਕਹਿ ਰਹੇ ਨੇ ਮਹਾਰਾਜ ਜੀ, ਕਹਿੰਦੇ ਬਣਾ ਲੈ ਨਾ ਆਸਰਾ, ਓਟ ਲੈ ਲੈ ਸਤਿਗੁਰੂ ਸੱਚੇ ਪਾਤਸ਼ਾਹ ਦੀ। ਆਬਰ ਓਟ ਮੈਂ ਸਗਲੀ ਦੇਖੀ, ਇੱਕ ਤੇਰੀ ਓਟ ਰਹਾਈ ਹੈ। ਸਾਰੀਆਂ ਓਟਾਂ, ਸਾਰੇ ਆਸਰੇ ਵੇਖ ਲਏ ਪਾਤਸ਼ਾਹ, ਹੁਣ ਨਿਮਾਣੀ ਜਿੰਦੜੀ ਨੂੰ ਤੁਹਾਡਾ ਹੀ ਆਸਰਾ ਹੈ। ਮੇਰੀ ਮੇਰੀ ਨਾ ਕਰੀ ਓਏ ਮਨਾ ਮੂਰਖਾ, ਮੇਰੀ ਵਾਲਾ ਕੋਈ ਨਾ ਰਿਹਾ। ਮੇਰੀ ਮੇਰੀ ਨਾ ਕਰੀ ਓਏ ਮਨਾ, ਮੇਰੀ ਵਾਲਾ ਕੋਈ ਨਾ ਰਿਹਾ। ਮੇਰੀ ਮੇਰੀ ਨਾ ਕਰੀ ਓਏ ਮਨਾ ਮੂਰਖਾ, ਮੇਰੀ ਵਾਲਾ ਕੋਈ ਨਾ ਰਿਹਾ। ਮੇਰੀ ਮੇਰੀ ਨਾ ਕਰੀ ਓਏ ਮਨਾ ਮੂਰਖਾ, ਮੇਰੀ ਵਾਲਾ ਕੋਈ ਨਾ ਰਿਹਾ। ਮੇਰੀ ਮੇਰੀ ਨਾ ਕਰੀ ਓਏ ਮਨਾ ਮੂਰਖਾ, ਮੇਰੀ ਵਾਲਾ ਕੋਈ ਨਾ ਰਿਹਾ। ਮੇਰੀ ਮੇਰੀ ਨਾ ਕਰੀ ਓਏ ਮਨਾ ਮੂਰਖਾ, ਮੇਰੀ ਵਾਲਾ ਕੋਈ ਨਾ ਰਿਹਾ। ਮੇਰੀ ਮੇਰੀ ਨਾ ਕਰੀ ਓਏ ਮੂਰਖ ਬੰਦਿਆ, ਕਰੀ ਓਏ ਮੂਰਖ ਬੰਦਿਆ, ਮੇਰੀ ਵਾਲਾ ਕੋਈ ਨਾ। ਮੇਰੀ ਮੇਰੀ ਨਾ ਕਰੀ ਓਏ ਮੂਰਖ ਬੰਦਿਆ, ਮੇਰੀ ਵਾਲਾ ਕੋਈ ਨਾ ਰਿਹਾ। ਮੇਰੀ ਮੇਰੀ ਨਾ ਕਰੀ ਓਏ ਮੂਰਖ ਬੰਦਿਆ, ਮੇਰੀ ਵਾਲਾ ਕੋਈ ਨਾ ਰਿਹਾ। ਮੇਰੀ ਮੇਰੀ ਨਾ ਕਰੀ ਓਏ ਮੂਰਖ ਬੰਦਿਆ, ਮੇਰੀ ਵਾਲਾ ਕੋਈ ਨਾ ਰਿਹਾ। ਮੇਰੀ ਮੇਰੀ ਨਾ ਕਰੀ ਓਏ ਮੂਰਖ ਬੰਦਿਆ, ਮੇਰੀ ਵਾਲਾ ਕੋਈ ਨਾ ਰਿਹਾ। ਮੇਰੀ ਮੇਰੀ ਨਾ ਕਰੀ ਓਏ ਮੂਰਖ ਬੰਦਿਆ, ਮੇਰੀ ਵਾਲਾ ਕੋਈ ਨਾ ਰਿਹਾ। ਮੇਰੀ ਵਾਲਾ ਜੀ ਕੋਈ ਨਾ ਰਿਹਾ, ਮੇਰੀ ਵਾਲਾ ਜੀ ਕੋਈ ਨਾ ਰਿਹਾ। ਮੇਰੀ ਵਾਲਾ ਜੀ ਕੋਈ ਨਾ ਰਿਹਾ, ਮੇਰੀ ਵਾਲਾ ਜੀ ਕੋਈ ਨਾ ਰਿਹਾ। ਮੇਰੀ ਵਾਲਾ ਜੀ ਕੋਈ ਨਾ ਰਿਹਾ,
ਮੇਰੀ ਵਾਲਾ ਜੀ ਕੋਈ ਨਾ ਰਿਹਾ। ਮੇਰੀ ਵਾਲਾ ਓ ਕੋਈ ਨਾ ਰਿਹਾ, ਮੇਰੀ ਵਾਲਾ ਜੀ ਕੋਈ ਨਾ ਰਿਹਾ। ਮੇਰੀ ਵਾਲਾ ਜੀ ਕੋਈ ਨਾ ਰਿਹਾ, ਮੇਰੀ ਵਾਲਾ ਜੀ ਕੋਈ ਨਾ ਰਿਹਾ। ਮੇਰੀ ਵਾਲਾ ਜੀ ਕੋਈ ਨਾ ਰਿਹਾ, ਮੇਰੀ ਵਾਲਾ ਜੀ ਕੋਈ ਨਾ ਰਿਹਾ। ਮੇਰੀ ਮੇਰੀ ਨਾ ਕਰੀ ਓਏ ਮਨਾ ਮੇਰਿਆ, ਮੇਰੀ ਵਾਲਾ ਕੋਈ ਨਾ ਰਿਹਾ। ਮੇਰੀ ਮੇਰੀ ਨਾ ਕਰੀ ਓਏ ਮਨਾ ਮੇਰਿਆ, ਮੇਰੀ ਵਾਲਾ ਕੋਈ ਨਾ ਰਿਹਾ। ਮੇਰੀ ਮੇਰੀ ਨਾ ਕਰੀ ਓਏ ਮਨਾ ਮੇਰਿਆ, ਮੇਰੀ ਵਾਲਾ ਕੋਈ ਨਾ ਰਿਹਾ। ਓ ਮੇਰੀ ਮੇਰੀ ਨਾ ਕਰੀ ਓਏ ਮਨਾ ਮੇਰਿਆ, ਮੇਰੀ ਵਾਲਾ ਕੋਈ ਨਾ ਰਿਹਾ। ਇਉਂ ਸਾਧ ਸੰਗਤ ਜਦੋਂ ਅਸੀਂ ਗੁਰਮਤਿ ਦੇ ਧਾਰਨੀ ਬਣਦੇ ਆ ਨਾ, ਫਿਰ ਮਨੁੱਖ ਨੂੰ ਪਤਾ ਲੱਗਦਾ ਹੈ ਵੀ ਇੱਥੇ ਮੇਰਾ ਕੀ ਹੈ ਤੇ ਮੇਰਾ ਹੈ ਕੀ ਨਹੀਂ। ਉਹ ਤੋਂ ਬਗੈਰ ਤਾਂ ਬੰਦਾ ਝੂਠੀ ਵਸਤੂ ਨੂੰ ਤਾਂ ਆਪਣੀ ਆਖੀ ਜਾਂਦਾ ਹੈ, ਜਿਹੜੀ ਆਪਣੀ ਹੈ ਉਹਦਾ ਇਹਨੂੰ ਪਤਾ ਹੈ ਨਹੀਂ। ਇਹ ਬਿਲਕੁਲ ਸੱਚਾਈ ਹੈ। ਗੁਰਮਤ ਤੋਂ ਬਗੈਰ, ਸਤ ਸੰਗਤ ਤੋਂ ਬਗੈਰ, ਗੁਰੂ ਦੀ ਕਿਰਪਾ ਤੋਂ ਬਗੈਰ, ਹੁਣ ਉਦਾਹਰਣ ਦੇ ਤੌਰ ਤੇ ਜਗਿਆਸੂ ਪੁੱਛਦਾ ਵੀ ਜੀ ਦੱਸੋ ਸਾਡੀ ਕੀ ਚੀਜ਼ ਹੈ, ਅਸੀਂ ਕਿਹੜੀ ਚੀਜ਼ ਨੂੰ ਆਖਦੇ ਹਾਂ ਵੀ ਇਹ ਮੇਰੀ ਨਹੀਂ ਹੈ। ਵੱਡੀ ਉਦਾਹਰਣ ਦਿੰਦੇ ਨੇ ਮਹਾਰਾਜ ਜੀ, ਕਹਿੰਦੇ ਸਰੀਰ ਵੀ ਤੇਰਾ ਨਹੀਂ, ਹੋਰ ਦੱਸ ਸਰੀਰ ਆਪਣਾ ਹੈ ਨਹੀਂ। ਇਹਨੂੰ ਝੂਠੀ ਦੇਹੀ ਲਿਖਿਆ ਹੋਇਆ ਮਹਾਰਾਜ ਨੇ ਭਗਤ ਨਾਮ ਦੇ ਵਿੱਚ, ਕਹਿੰਦੇ ਕਾਹੇ ਰੇ ਨਰ ਗਰਭ ਕਰਤ ਹੋ। ਐ ਮਨੁੱਖ ਕਿਹੜੀ ਗੱਲ ਦਾ ਹੰਕਾਰ ਕਰਦਾ ਹੈ, ਬਿਨ ਸਜਾਏ ਝੂਠੀ ਦੇਹੀ। ਬਿਨਸ ਖਤਮ ਹੋਣਾ ਇਹ ਦੇਹੀ ਨੇ। ਸੱਚਮੁੱਚ ਬੜਾ ਸਿੰਪਲ ਜੀ ਗੱਲ ਹੈ। ਜੇ ਦੇਹੀ ਸਾਡੀ ਹੋਵੇ, ਸਰੀਰ ਸਾਡਾ ਹੋਵੇ, ਤਾਂ ਭਲਾ ਕਦੇ ਪਿਓ ਆਪਣੇ 21 ਸਾਲ ਦੇ ਪੁੱਤ ਨੂੰ ਮਰਨ ਦੇ ਦੇ? ਉਹ ਝੱਟ ਦੇਣੇ ਨਹੀਂ ਆਖੂਗਾ ਵੀ ਇਹ ਤਾਂ ਮੇਰਾ ਪੁੱਤ ਹੈ, ਮੇਰੇ ਪੁੱਤ ਦਾ ਸਰੀਰ ਹੈ। ਅਸਲ ਵਿੱਚ ਉਹਦਾ ਹੈ ਹੀ ਨਹੀਂ, ਉਹਦਾ ਹੁੰਦਾ ਨਹੀਂ। ਜੇ ਹੋਵੇ, ਕੌਣ ਤੋਂ ਤੋਰੇ ਆਪਣੇ ਘਰ ਦੇ ਵਿੱਚੋਂ, ਵਿਹੜੇ ਦੇ ਵਿੱਚੋਂ ਅਰਥੀ ਕੌਣ ਚੁੱਕੇ? ਫਿਰ ਤਾਂ ਕਹਿ ਦੇਣਾ ਆਪਾਂ ਨੇ ਵੀ ਮੇਰਾ ਹੈ, ਮੈਂ ਨਹੀਂ ਮਰਨ ਦਿੰਦਾ ਇਹਨੂੰ, ਸਰੀਰ ਨੂੰ। ਤੇ ਜਦੋਂ ਸਾਡੇ ਹੱਥਾਂ 'ਚੋਂ ਚਲੀ ਜਾਂਦੀ ਹੈ ਜਿਹੜੀ ਚੀਜ਼, ਉਹ ਭਾਵ ਸਾਡੀ ਹੈ ਨਹੀਂ। ਗੁੰਝਲਦਾਰ ਕਹਾਣੀ ਹੈ, ਬਹੁਤ ਔਖੀ ਸਮਝ ਵਿੱਚ ਆਉਂਦੀ ਹੈ, ਇਸ ਤਰ੍ਹਾਂ ਆਉਂਦੀ ਨਹੀਂ ਹੈ। ਇਸੇ ਤਰ੍ਹਾਂ ਜੋ ਚੀਜ਼ਾਂ ਅਸੀਂ ਵੇਖਦੇ ਹਾਂ ਦ੍ਰਿਸ਼ਟਮਾਨ ਦੇ ਵਿੱਚ, ਉਹ ਜ਼ਿਆਦਾਤਰ ਝੂਠੀਆਂ ਨੇ। ਸੱਚ ਕੀ ਹੈ? ਸੱਚ ਪਰਮੇਸ਼ਰ ਦਾ ਨਾਮ ਹੈ, ਸੱਚ ਗੁਰੂ ਦੀ ਬਾਣੀ ਹੈ, ਕਦੇ ਬਿਨਸਦੀ ਨਹੀਂ ਹੈ। ਵੇਖੋ ਗੁਰੂ ਕੇ ਲਾਲ ਧੰਨ ਬਾਬਾ ਜੋਰਾਵਰ ਸਿੰਘ ਜੀ, ਧੰਨ ਬਾਬਾ ਫਤਿਹ ਸਿੰਘ ਜੀ 7 ਤੇ 9 ਸਾਲ ਦੀ ਉਮਰ ਵਿੱਚ ਆਪਣੇ ਕੋਲੋਂ ਚਲੇ ਗਏ, ਤੇ ਰਹਿੰਦੀ ਦੁਨੀਆ ਤੱਕ ਉਹਨਾਂ ਦੇ ਚਰਨਾਂ ਤੇ ਦੁਨੀਆ ਝੁਕਦੀ ਰਹੇਗੀ, ਰਹਿੰਦੀ ਦੁਨੀਆ ਤੱਕ। ਕਿਉਂ? ਸੱਚ ਦਾ ਵਣਜ ਕੀਤਾ। ਸੱਚ ਨੂੰ ਨਮਸਕਾਰਾਂ ਨੇ ਇੱਥੇ। ਜਿਨ੍ਹਾਂ ਨੇ ਸੱਚ ਨੂੰ ਪਛਾਣਿਆ ਉਹਨਾਂ ਨੂੰ ਦੁਨੀਆ ਪੂਜਦੀ ਹੈ, ਉਹਨਾਂ ਨੂੰ ਨਮਸਕਾਰਾਂ ਨੇ। ਸੱਚ ਨਾਲ ਜੁੜੇ, ਸੱਚ ਦਾ ਵਣਜ ਕਰ ਗਏ। ਲੱਖਾਂ ਵਰੇ ਦੁਨੀਆ ਤੇ ਲੋਕ ਆਉਂਦੇ ਰਹਿਣਗੇ, ਜਾਂਦੇ ਰਹਿਣਗੇ, ਪਰ ਫਤਿਹਗੜ੍ਹ ਸਾਹਿਬ ਦੀ ਧਰਤੀ ਨੂੰ ਪੂਜਦੇ ਨੇ ਤੇ ਪੂਜਦੇ ਰਹਿਣਗੇ ਰਹਿੰਦੀ ਦੁਨੀਆ ਤੱਕ। ਇਸ ਕਰਕੇ ਅਸੀਂ ਸੱਚ ਨਾਲ ਜੁੜਨ ਵਾਸਤੇ ਇੱਥੇ ਆਏ ਆ। ਹੁਣ ਸੱਚ ਦੇ ਨਾਲ ਜੁੜਿਆ ਕਿੱਥੋਂ ਜਾਵੇ? ਸੱਚ ਨਾਲ ਜੁੜਿਆ ਜਾਂਦਾ ਹੈ ਧਿਆਨ ਕਰਕੇ। ਧਿਆਨ ਇੱਕ ਤੇਰਾ ਹੀ ਸਹਾਰਾ ਸੱਚੇ ਪਾਤਸ਼ਾਹ, ਨਿਮਾਣੀ ਮੇਰੀ ਜਿੰਦੜੀ ਨੂੰ। ਆਸਰਾ ਕਿਵੇਂ ਗੁਰੂ ਨੂੰ ਬਣਾਇਆ ਜਾਵੇ? ਉਹਦੇ ਵਾਸਤੇ ਮੰਜ਼ਿਲ ਤੈਅ ਕਰਨੀ ਪੈਂਦੀ ਹੈ। ਕਿਉਂ? ਕਿਉਂਕਿ ਜਦੋਂ ਆਪਾਂ ਗੱਡੀ ਖਿਲਾਰਤੀ, ਫਿਰ ਤਾਂ ਨਹੀਂ ਮੰਜ਼ਿਲ ਤੇ ਪਹੁੰਚਦੀ। ਹੁਣ ਆਪਾਂ ਜਿੰਨੇ ਪਿੰਡਾਂ ਤੋਂ ਸੰਗਤ ਆ ਰਹੀ ਹੈ, ਉੱਥੇ ਇਹ ਤਾਂ ਨਹੀਂ ਵੀ ਮੰਨ ਲਓ ਉਦਾਹਰਨ ਦੇ ਤੌਰ ਤੇ 10 ਕਿਲੋਮੀਟਰ ਤੇ ਇੱਥੋਂ ਪਿੰਡ ਹੈ ਕੋਈ, ਤੁਸੀਂ ਰਿਸ਼ਤੇਦਾਰ ਬੈਠੇ ਹੋ, ਉਹਨਾਂ ਨੇ ਗੱਡੀ ਖਿਲਾਰਤੀ ਬਾਰ ਦੇ ਅੱਗੇ, ਬੈਠ ਜਾਓ ਵੀ ਸਾਰੇ, ਗੱਡੀ 'ਚ ਬੈਠ ਗਏ। ਤੇ ਫਿਰ ਕਹਿੰਦੇ ਕਿੱਥੇ ਜਾਣਾ? ਕਹਿੰਦੇ ਭਾਦੜੇ ਜਾਣਾ। ਗੱਡੀ ਖੜੀ ਰਹਿਣ ਦਿਓ। ਹੁਣ ਗੱਡੀ ਖੜੀ ਹੈ ਬਾਰ ਦੇ ਅੱਗੇ, ਸਵਾਰੀਆਂ ਵਿੱਚ ਬੈਠ ਗਈਆਂ। ਆਪ ਜੀ ਦੱਸੋ ਵੀ ਖੜੀ ਗੱਡੀ ਕਦੇ ਇੱਥੇ ਆ ਸਕਦੀ ਹੈ? ਨਹੀਂ ਨਾ।
ਉਹਨਾਂ ਦੇ ਧਿਆਨ ਵਿੱਚ ਹੈ ਗੱਲ, ਸਾਰਿਆਂ ਦੇ ਧਿਆਨ ਵਿੱਚ ਗੱਲ ਹੈ ਵੀ ਆਪਣਾ ਸਫ਼ਰ ਹੈ ਜਿਹੜਾ ਇੰਨੇ ਘੰਟਿਆਂ ਦਾ, ਇੰਨੇ ਮਿੰਟਾਂ ਦਾ। ਉਹਨਾਂ ਦੇ ਧਿਆਨ ਵਿੱਚ ਹੈ। ਉਹ ਡਰਾਈਵਰ ਨੂੰ ਕਹਿੰਦੇ ਗੱਡੀ ਛੇੜ, ਗੱਡੀ ਛੇੜੀ, ਸਟਾਰਟ ਕਰ ਦਿੱਤੀ, ਤੋਰ ਲਈ ਗੱਡੀ। ਤੇ ਜਦੋਂ ਗੱਡੀ ਤੁਰੀ, ਉਹਨਾਂ ਦੇ ਧਿਆਨ ਵਿੱਚ ਹੈ ਵੀ ਆਪਾਂ ਇਸ ਪਿੰਡ ਜਾਣਾ, ਇਸ ਜਗ੍ਹਾ ਤੇ ਜਾਣਾ, ਧਿਆਨ ਵਿੱਚ ਹੈ ਨਾ। ਤੇ ਆ ਹੀ ਬੈਠੇ ਆ ਆਪਾਂ ਸੰਗਤ ਰੂਪ ਦੇ ਵਿੱਚ। ਜੇ ਹੁਣ ਧਿਆਨ ਵਿੱਚ ਹੀ ਨਹੀਂ ਵੀ ਆਪਾਂ ਜਾਣਾ ਕਿੱਥੇ ਹੈ, ਆਪਾਂ ਜਾਣਾ ਕਿੱਥੇ ਹੈ, ਜੇ ਧਿਆਨ ਵਿੱਚ ਹੀ ਨਹੀਂ, ਫਿਰ ਉੱਥੇ ਆਪਾਂ ਪਹੁੰਚਾਂਗੇ ਕਿਵੇਂ? ਇਸ ਕਰਕੇ ਸਤਿਗੁਰੂ ਜੀ ਕਹਿੰਦੇ ਧਿਆਨ ਜ਼ਰੂਰੀ ਆ ਭਾਈ, ਧਿਆਨ। ਤੇ ਉਹ ਧਿਆਨ ਵਾਸਤੇ ਸਾਨੂੰ ਕੁਝ ਮਰਜ਼ਾਦਾ, ਗੁਰੂ ਦਾ ਹੁਕਮ, ਗੁਰੂ ਦੇ ਹੁਕਮਾਂ ਦੀ ਪਾਲਣਾ ਕਰਨੀ, ਗੁਰੂ ਦੇ ਸੇਵਕ ਬਣਨਾ, ਗੁਰੂ ਦੇ ਸਿੱਖ ਬਣਨਾ, ਉਹ ਜ਼ਰੂਰੀ ਹੈ। ਉਹ ਤਾਂ ਜਾ ਕੇ ਧਿਆਨ ਟਿਕਦਾ ਹੈ। ਨਹੀਂ ਤਾਂ ਜਦੋਂ ਇਹ ਧਿਆਨ ਟੁੱਟਿਆ, ਜਦੋਂ ਇਹ ਧਿਆਨ ਡੋਲਿਆ, ਉਸ ਵੇਲੇ ਅਸੀਂ ਮੰਜ਼ਿਲ ਤੋਂ ਥਿੜਕ ਗਏ। ਤੇ ਉਦੋਂ ਫਿਰ ਅਸੀਂ ਗੁਰੂ ਨੂੰ ਆਸਰਾ ਬਣਾਉਣ ਦੀ ਬਜਾਏ ਝੂਠੀਆਂ ਵਸਤੂਆਂ ਦੇ ਨਾਲ ਚਿੱਤ ਜੋੜਿਆ, ਤੇ ਝੂਠੀਆਂ ਵਸਤੂਆਂ ਨੂੰ ਹੀ ਅਸੀਂ ਪੱਕੇ ਆਸਰੇ ਤੇ ਪੱਕੇ ਟਿਕਾਣੇ ਮੰਨ ਕੇ ਬੈਠ ਗਏ। ਭਗਤ ਕਬੀਰ ਜੀ, ਅੱਜ ਆਪਾਂ ਧਿਆਨ ਤੇ ਗੱਲ ਕਰਨੀ ਹੈ, ਕਿਵੇਂ ਗੁਰੂ ਨੂੰ ਆਸਰਾ ਬਣਾਈਏ। ਮੌਤ ਆਉਣ ਤੋਂ ਪਹਿਲਾਂ ਹੀ ਸਭ ਕੁਝ ਕਰਨਾ ਹੈ। ਪੇਪਰਾਂ ਤੋਂ ਪਹਿਲਾਂ ਹੀ ਬੱਚੇ ਨੇ ਤਿਆਰੀ ਕਰਨੀ ਹੁੰਦੀ ਹੈ। ਇਹ ਨਹੀਂ ਹੁੰਦਾ ਵੀ ਪੇਪਰਾਂ ਤੋਂ ਬਾਅਦ ਤਿਆਰੀ ਹੋ ਜਾਵੇ, ਐਸਾ ਨਹੀਂ ਕਦੇ ਹੋਇਆ। ਪੇਪਰਾਂ ਤੋਂ ਪਹਿਲਾਂ ਤਿਆਰੀ ਕਰਨੀ ਹੈ। ਮੌਤ ਸਾਡਾ ਪੇਪਰ ਹੈ, ਇਉਂ ਕਹਿ ਲਓ। ਮੌਤ ਪੇਪਰ ਹੈ, ਤੇ ਮੌਤ ਆਉਣ ਤੋਂ ਪਹਿਲਾਂ ਅਸੀਂ ਉਹ ਪੂੰਜੀ ਇਕੱਤਰ ਕਰਨੀ ਹੈ। ਜਿਵੇਂ ਇੱਥੇ ਆਪਣੇ ਪਰਿਵਾਰਾਂ ਵਾਸਤੇ ਆਪਾਂ ਪੂੰਜੀ ਇਕੱਤਰ ਕਰਦੇ ਹਾਂ, ਬੜੀ ਚੰਗੀ ਗੱਲ ਹੈ। ਮਿਹਨਤਾਂ ਕਰੋ, ਪਰਾਇਆ ਹੱਕ ਨਾ ਮਾਰੋ, ਜਿੰਨੀ ਮਰਜ਼ੀ ਇਕੱਠੀ ਕਰ ਲਓ, ਅੰਮ੍ਰਿਤ ਹੀ ਅੰਮ੍ਰਿਤ ਹੈ। ਫਿਰ ਮਾਇਆ ਜ਼ਹਿਰ ਨਹੀਂ ਹੈਗੀ। ਕਦੇ ਘਬਰਾਉਣਾ ਨਹੀਂ, ਕਦੇ ਡਰਨਾ ਨਹੀਂ ਵੀ ਮਾਇਆ ਨਾਗਣੀ ਹੈ, ਮਾਇਆ ਜ਼ਹਿਰ ਹੈ। ਨਹੀਂ, ਜਿਹੜਾ ਬੰਦਾ ਦਾਨ ਪੁੰਨ ਤੇ ਖਰਚ ਕਰਦਾ, ਪਰਉਪਕਾਰਾਂ ਤੇ ਮਾਇਆ ਲਾਉਂਦਾ, ਤੇ ਦਸਾਂ ਨੌਹਾਂ ਦੀ ਕਰਦਾ ਕਿਰਤ, ਮਾਇਆ ਅੰਮ੍ਰਿਤ ਹੈ। ਮਾਇਆ ਨਾਗਣੀ ਨਹੀਂ ਹੈ ਉਹਨਾਂ ਵਾਸਤੇ। ਮਾਇਆ ਨਾਗਣੀ ਉਹਨਾਂ ਵਾਸਤੇ ਹੈ ਜਿਹੜੇ ਗਰੀਬ ਦੇ ਖੂਨਾਂ ਦੇ ਪਿਆਲੇ ਭਰ ਭਰ ਪੀ ਜਾਂਦੇ ਨੇ, ਜਿਹੜੇ ਕਿਸੇ ਦਾ ਹੱਕ ਮਾਰ ਜਾਂਦੇ ਨੇ, ਜਿਹੜੇ ਠੱਗੀਆਂ ਧੋਖੇ ਧੜੀਆਂ ਕਰਦੇ ਨੇ, ਉਹਨਾਂ ਵਾਸਤੇ ਹੈ। ਆਪਾਂ ਤਾਂ ਜਿਹੜੇ ਕਿਰਤ ਕਰਨ ਵਾਲੇ ਲੋਕ ਹਾਂ, ਦੁੱਧ ਵਰਗੀਆਂ ਕਮਾਈਆਂ ਨੇ। ਆਨੰਦ ਵਿੱਚ ਰਿਹਾ ਕਰੋ, ਮਸਤ ਰਿਹਾ ਕਰੋ। ਜ਼ਿੰਦਗੀ ਦਾ ਇੱਕ ਇੱਕ ਸਵਾਸ ਇੰਨਾ ਕੁ ਕੀਮਤੀ ਹੈ, ਇੰਨਾ ਕੁ ਅਮੋਲਕ ਹੈ। ਇਹਦਾ ਕੱਲੇ ਕੱਲੇ ਸਵਾਸ ਦਾ ਆਨੰਦ ਲਓ। ਪ੍ਰਸੰਨ ਰਹਿਣਾ ਸਿੱਖੋ, ਖੁਸ਼ ਰਹਿਣਾ ਸਿੱਖੋ। ਵੱਡੇ ਵੱਡੇ ਦੁੱਖਾਂ ਨੂੰ ਜਿਹੜਾ ਅੱਖਾਂ ਤੋਂ ਓਹਲੇ ਕਰ ਦਿਆ ਕਰੋ ਵੀ ਦੁੱਖ ਸੁੱਖ ਦਾ ਕੱਪੜੇ ਨੇ, ਸਕੇ ਭਾਈ ਨੇ, ਆਉਂਦੇ ਜਾਂਦੇ ਰਹਿੰਦੇ ਨੇ। ਟੈਨਸ਼ਨ ਫਰੀ ਜ਼ਿੰਦਗੀ ਜਿਉਂ ਕੇ ਵੇਖੋ, ਫਿਰ ਜਾ ਕੇ ਜ਼ਿੰਦਗੀ ਦਾ ਆਨੰਦ ਮਾਣਨਾ। ਉਸ ਤਰ੍ਹਾਂ ਤਾਂ ਲੰਘ ਤਾਂ ਜਾਂਦੀ ਓ ਹੈ, ਰੋਂਦੇ ਦੀ ਵੀ ਲੰਘ ਜਾਂਦੀ ਹੈ, ਹੱਸਦੇ ਦੀ ਵੀ ਲੰਘ ਜਾਂਦੀ ਹੈ। ਜਦੋਂ ਲੰਘਾਉਣੀ ਹੈ, ਫਿਰ ਟਾਈਮ ਪਾਸ ਨਹੀਂ ਕਰਨਾ। ਆਪਾਂ ਆਮ ਹੀ ਪੁੱਛਦੇ ਹਾਂ ਨਾ, ਕਹਿੰਦੇ ਫਲਾਣਾ ਸਾ ਕੀ ਹਾਲ ਹੈ, ਕਹਿੰਦਾ ਵਧੀਆ, ਜਿਹੜਾ ਟਾਈਮ ਪਾਸ ਹੁੰਦਾ। ਨਹੀਂ, ਟਾਈਮ ਕੋਈ ਇਹੋ ਜਿਹੀ ਚੀਜ਼ ਥੋੜ੍ਹੀ ਹੈ ਵੀ ਜਿਹਨੂੰ ਤੂੰ ਫੜ ਕੇ ਖੜਾ ਲੇਗਾ। ਟਾਈਮ ਤਾਂ ਪਾਸ ਹੋ ਹੀ ਰਿਹਾ। ਜਿੱਦਾਂ ਦਾ ਸੂਰਜ ਚੰਦ ਚੜ੍ਹੇ ਨੇ, ਦਿਨ ਰਾਤਾਂ ਬਣਾਈਆਂ ਨੇ, ਟਾਈਮ ਤਾਂ ਪਾਸ ਹੋ ਹੀ ਰਿਹਾ। ਨਾ ਅਸੀਂ ਸੂਰਜ ਨੂੰ ਟੰਬਾ ਲਾ ਕੇ ਖੜਾ ਸਕਦੇ ਹਾਂ, ਨਾ ਅਸੀਂ ਚੰਦ ਨੂੰ ਖੜਾ ਸਕਦੇ ਹਾਂ, ਉਹ ਤਾਂ ਚੱਲ ਰਹੇ ਨੇ। ਤੇ ਟਾਈਮ ਤਾਂ ਪਾਸ ਹੋ ਰਿਹਾ। ਸਤਿਗੁਰੂ ਜੀ ਕਹਿੰਦੇ ਇਹ ਤੇਰੀ ਸੋਚ ਗਲਤ ਹੈ। ਫਿਰ ਮਹਾਰਾਜ ਮੈਂ ਕੀ ਕਰਾਂ? ਕਹਿੰਦੇ ਤੂੰ ਟਾਈਮ ਨੂੰ ਸਫਲਾ ਕਰ। ਸਫਲਾ, ਆਹ ਟਾਈਮ ਸਫਲਾ ਹੈ। ਇਸ ਕਰਕੇ ਸਾਧ ਸੰਗਤ, ਦਸਾਂ ਨੌਹਾਂ ਦੀ ਕਿਰਤ ਆਪਾਂ ਕਰਨ ਵਾਲੇ ਕਰੋ, ਤਕੜੇ ਹੋ ਕੇ ਕਰੋ, ਹੱਸਿਆ ਕਰੋ, ਪ੍ਰਸੰਨ ਰਿਹਾ ਕਰੋ। ਦੁੱਖ ਦੇ ਵਿੱਚ ਵੀ ਜਿਹੜਾ ਹੈਗਾ ਨਾ, ਭਾਣੇ ਨੂੰ ਮੰਨ ਕੇ, ਅਕਾਲ ਪੁਰਖ ਦੇ ਰਜਾ ਵਿੱਚ ਆ ਕੇ। ਕਲਗੀ ਵਾਲੇ ਪਾਤਸ਼ਾਹ ਜਦੋਂ ਮਾਛੀਵਾੜੇ ਜੰਗਲਾਂ ਵਿੱਚ ਬੈਠੇ ਨੇ ਨਾ, ਭਾਈ ਦਇਆ ਸਿੰਘ ਨੇ ਆਖਿਆ ਸੀ, ਸੱਚੇ ਪਾਤਸ਼ਾਹ ਕਿਹੋ ਜਿਹਾ ਔਖਾ ਵੇਲਾ ਆਇਆ ਪਿਆ, ਦੁਨੀਆ ਭੁੱਬਾਂ ਮਾਰ ਕੇ ਰੋ ਰਹੀ ਹੈ, ਪਰ ਆਪ ਜੀ ਦੇ ਚਿਹਰੇ ਤੇ ਅੱਜ ਵੀ ਪ੍ਰਸੰਨਤਾ ਹੈ। ਮਹਾਰਾਜ ਜੀ ਕਹਿੰਦੇ ਅਸੀਂ ਦੁੱਖ ਤੇ ਸੁੱਖ ਨੂੰ ਸਮਾਨ ਸਮਝਦੇ ਹਾਂ। ਸੁੱਖ ਨੂੰ ਵੀ ਅਸੀਂ ਉਹਦੀ ਦਾਤ ਸਮਝਦੇ ਹਾਂ, ਤੇ ਦੁੱਖ ਨੂੰ ਵੀ ਅਸੀਂ ਉਹ ਅਕਾਲ ਪੁਰਖ ਦੀ ਦਾਤ ਸਮਝਦੇ ਹਾਂ। ਇਸੇ ਕਰਕੇ ਹੈ। ਸੋ ਧਿਆਨ ਦੀ ਗੱਲ ਹੈ। ਧਿਆਨ ਦੇ ਨਾਲ ਜਦੋਂ ਆਪਾਂ ਕੋਈ ਕੰਮ ਕਰਾਂਗੇ ਨਾ, ਉਹਦੇ 'ਚ ਸਾਨੂੰ ਸਫਲਤਾ ਮਿਲਦੀ ਹੈ। ਅੱਜ ਧਿਆਨ ਤੇ ਹੀ ਆਪਾਂ ਥੋੜ੍ਹੀ ਬਹੁਤੀ ਵਿਚਾਰ ਕਰਾਂਗੇ। ਹੁਣ ਵੇਖੋ, ਆਪਣੀਆਂ ਮਾਵਾਂ ਭੈਣਾਂ ਧੀਆਂ ਪ੍ਰਸ਼ਾਦਾ ਪਕਾਉਂਦੀਆਂ ਨੇ, ਸਬਜ਼ੀ ਬਣਾਉਂਦੀਆਂ ਨੇ, ਕੱਪੜੇ ਧੋਂਦੀਆਂ ਨੇ, ਕੱਪੜੇ ਪ੍ਰੈਸ ਕਰਦੀਆਂ ਨੇ। ਵਿਚਾਰ ਕਰਕੇ ਵੇਖੋ ਵੀ ਉਹਨਾਂ ਦਾ ਧਿਆਨ ਨਹੀਂ ਹੁੰਦਾ ਇਹਨਾਂ ਚੀਜ਼ਾਂ ਵਿੱਚ। ਪ੍ਰਸ਼ਾਦੇ ਵਿੱਚ ਧਿਆਨ ਹੁੰਦਾ ਵੀ ਥੋੜ੍ਹਾ ਜਿਹਾ ਆਂਚ ਵੱਧ ਲੱਗ ਗਏ ਨਾ, ਪ੍ਰਸ਼ਾਦੇ ਨੇ ਮੱਚ ਜਾਣਾ। ਧਿਆਨ ਹੈ। ਤੇ ਪ੍ਰੈਸ ਕਰਨ ਲੱਗੀਆਂ ਨੇ, ਧਿਆਨ ਹੈ ਪ੍ਰੈਸ ਦੇ ਵਿੱਚ ਵੀ ਉਹਨੂੰ ਕਿੰਨੇ ਨੰਬਰ ਤੇ ਲਾਉਣਾ, ਕਿਹੜਾ ਕੱਪੜਾ ਹੈ। ਇਸੇ ਤਰ੍ਹਾਂ ਆਪਾਂ ਗੱਡੀਆਂ ਚਲਾਉਂਦੇ ਹਾਂ, ਟਰੈਕਟਰ ਚਲਾਉਂਦੇ ਹਾਂ, ਸਪਰੇਅ ਕਰਦੇ ਹਾਂ। ਹੁਣ ਸਪਰੇਅ ਕਰਦੇ ਹਾਂ, ਉਹ ਕਿੰਨੇ ML ਪਾਉਣੀ ਹੈ ਢੋਲੀ ਵਿੱਚ, ਧਿਆਨ ਨਾਲ ਹੀ ਪਾਉਂਦੇ ਹਾਂ। ਇਹ ਤਾਂ ਨਹੀਂ ਵੀ ਜਿੰਨੀ ਮਰਜ਼ੀ ਡੱਬਾ ਉਲਟਾ ਦਿਓ ਵਿੱਚ, ਫਿਰ ਪਤਾ ਨਹੀਂ ਆਪਾਂ ਨੂੰ ਵੀ ਇਹ ਮੱਚ ਜੂ। ਪਰ ਪਿਆਰਿਓ, ਇੱਕ ਥਾਂ ਤੇ ਬੰਦਾ ਅਵੇਸਲ ਹੈ,
ਇੱਕ ਥਾਂ ਤੇ ਹੀ ਬੰਦਾ ਬੇਪਰਵਾਹੀਆਂ ਕਰਦਾ ਹੈ, ਕਦੇ ਨਹੀਂ ਵੇਖਦਾ ਮੈਂ ਗੱਟ ਕਰਕੇ ਠੇਕੇ ਦੇ ਵਿੱਚੋਂ ਪਤਾ ਨਹੀਂ ਕਿੰਨੇ ਹਜ਼ਾਰ ਲੀਟਰ ਸ਼ਰਾਬ ਪੀ ਗਿਆ, ਇੱਧਰ ਧਿਆਨ ਹੀ ਨਹੀਂ ਦਿੰਦਾ ਵੀ ਇਹਦੇ 'ਚ ਕਿਡਨੀ ਹੈ, ਇਹਦੇ 'ਚ ਲੀਵਰ ਹੈ, ਇਹਦੇ 'ਚ ਹਾਰਟ ਹੈ, ਵੀ ਉਹ ਤੇਰਾ ਖਰਾਬ ਹੋ ਜੂ, ਇੱਧਰ ਧਿਆਨ ਨਹੀਂ ਦਿੰਦਾ, ਬੇਪਰਵਾਹ ਹੈ। ਲਿਖਿਆ ਪਿਆ ਬਾਣੀ ਦੇ ਵਿੱਚ। ਹਾਂ, ਜਿਹੜੇ ਹੁਣ ਤੁਸੀਂ ਹੰਸ ਬਣੇ ਬੈਠੇ ਹੋ, ਗੁਰੂ ਕੇ ਜਹਾਜ਼ੇ ਚੜ੍ਹ ਗਏ, ਉਹਨਾਂ ਨੇ ਧਿਆਨ ਕਰ ਲਿਆ, ਸੰਗਤ ਵਿੱਚੋਂ ਸੁਣ ਲਿਆ ਕਿਤੇ, ਉਹਨਾਂ ਨੂੰ ਧਿਆਨ ਆ ਗਿਆ ਵੀ ਇਹ ਸਰੀਰ ਇਸ ਤਰ੍ਹਾਂ ਨਹੀਂ ਮਿਲਿਆ, ਤੇ ਉਹ ਚੜ੍ਹ ਕੇ ਗੁਰੂ ਦੇ ਜਹਾਜ਼ੇ ਨਸ਼ਿਆਂ ਦਾ ਤਿਆਗ ਕਰਕੇ ਗੁਰਮੁਖ ਹੰਸ ਬਣ ਗਏ। ਉਹਨਾਂ ਨੂੰ ਪਤਾ ਲੱਗ ਗਿਆ। ਹੁਣ ਜਿਹਨੇ ਸੁਣ ਵੀ ਲਿਆ, ਧਿਆਨ ਦਿੰਦਾ ਹੀ ਨਹੀਂ, ਤਰ੍ਹਾਂ ਦੇ ਨਸ਼ੇ ਇਹਦੇ 'ਚ ਸਿੱਟੀ ਜਾਂਦਾ, ਹਟਦਾ ਹੀ ਨਹੀਂ, ਮੁੜਦਾ ਹੀ ਨਹੀਂ ਕਿਸੇ ਪਾਸੇ, ਤੇ ਫਿਰ ਗੁਰਮੁਖ ਇਹਦਾ ਨੁਕਸਾਨ ਹੋ ਜਾਂਦਾ ਹੈ, ਬਹੁਤ ਵੱਡਾ ਨੁਕਸਾਨ ਕਰ ਬੈਠਦਾ ਹੈ ਆਪਣਾ ਬੇਧਿਆਨਾ ਹੋ ਕੇ। ਸੋ ਧਿਆਨ ਦੇ ਨਾਲ ਹੁਣ ਜਦੋਂ ਟੀਚਰ ਪੜ੍ਹਾ ਰਿਹਾ ਬੱਚੇ ਨੂੰ, ਟੀਚਰ ਪਹਿਲੀ ਗੱਲ ਇਹ ਕਹਿੰਦਾ, ਬੇਟਾ ਧਿਆਨ ਦੇ ਜਿਹੜਾ ਕੁਛ ਮੈਂ ਕਹਿ ਰਿਹਾ, ਧਿਆਨ ਨਾਲ ਪੜ੍ਹ, ਪੇਪਰ ਹੋਣੇ ਨੇ। ਭਗਤ ਕਬੀਰ ਜੀ ਅੱਜ ਤੁਰੇ ਜਾ ਰਹੇ ਨੇ, ਧਿਆਨ ਦੀ ਗੱਲ ਕਰੀਏ, ਜਦੋਂ ਤੁਰੇ ਜਾ ਰਹੇ ਨੇ, ਸੈਰ ਨੂੰ ਜਾ ਰਹੇ ਸੀ, ਨਾਲ ਸੰਗੀ ਸੀ, ਮੁੜੇ ਜਦੋਂ ਆ ਰਹੇ ਨੇ, ਚਿੱਟੀ ਪੱਗ ਬੰਨੀ, ਮਹਿੰਗੇ ਕੱਪੜੇ ਪਾਏ, ਧੋਤੀ ਪਾਈ, ਜਿਹੜੀ ਸੀ ਨੋਕਦਾਰ ਜੁੱਤੀ ਪਾਈ ਹੋਈ, ਮਹਿੰਗੀ ਜੁੱਤੀ, ਹੱਥ ਵਿੱਚ ਇੱਕ ਛਟੀ ਹੈ, ਬਨਾਰਸ ਦਾ ਚੌਧਰੀ ਖੜਾ ਰਸਤੇ ਦੇ ਵਿੱਚ। ਚੌੜੇ ਰਸਤੇ ਹੁੰਦੇ ਪਹਿਲਾਂ, ਖੇਤਾਂ ਨੂੰ ਜਾਂਦੇ, ਹੁਣ ਤਾਂ ਬੰਦਾ ਸੜਕਾਂ ਤੱਕ ਲੈ ਕੇ ਆ ਗਿਆ, ਵੱਢ ਕੇ। ਗੁਰਮੁਖੋ ਰਸਤਿਆਂ ਦਾ ਖਿਆਲ ਵੀ ਨਹੀਂ ਅਸੀਂ ਰੱਖਦੇ, ਪਤਾ ਨਹੀਂ ਕਿੰਨਾ ਲੋਭ ਹੋ ਗਿਆ, ਕਿੰਨਾ ਜਿਹੜੇ ਸਿਆਣੇ ਸੱਜਣ ਨੇ ਨਾ, ਉਹ ਰਸਤਾ ਸੋਹਣਾ ਬਣਾ ਕੇ ਰੱਖਦੇ ਨੇ ਆਪਣੀ ਜ਼ਿੰਦਗੀ ਦਾ ਵੀ, ਤੇ ਰਾਹੀ ਪਾਂਧੀ ਨੂੰ ਲੰਘਣ ਵਾਸਤੇ ਵੀ। ਕਈ ਤਾਂ ਇਹੋ ਜਿਹੀ ਮੱਤ ਮਾਰੀ ਵਾਲੇ ਲੋਕ ਹੁੰਦੇ ਨੇ, ਤੁਸੀਂ ਸੜਕਾਂ ਉੱਤੋਂ ਦੀ ਜਿਹੜੀਆਂ ਆਪਣੇ ਪਿੰਡਾਂ ਦੀਆਂ ਸੜਕਾਂ ਨੇ ਨਾ, ਸਿੰਪਲ ਸੜਕਾਂ, ਜਿੰਨਾ ਚਿਰ ਕਹੀ ਬੱਟਿਆਂ 'ਚ ਨਹੀਂ ਵੱਜਣ ਲੱਗਦੀ ਨਾ, ਜੇ ਸਾਰੇ ਹੋਵੇ ਅੱਧੀ ਸੜਕ ਕੀ ਨਾ ਵੱਢ ਲੈਣਾ, ਨਾਲ ਮਿੱਟੀ ਉਹ ਨਹੀਂ ਛੱਡਦੇ, ਨਾਲੇ ਪਤਾ ਉਹਨਾਂ ਨੂੰ ਵੀ ਰਸਤਾ ਲੰਘਣ ਵਾਸਤੇ ਬਣਾਇਆ ਹੁੰਦਾ ਹੈ। ਇਸ ਗੱਲ ਨੂੰ ਨੋਟ ਕਰੋ, ਵਾਹਿਗੁਰੂ ਕਿਰਪਾ ਕਰੇ, ਇੱਕ ਖੂੰਜੇ 'ਚੋਂ ਰਜਾ ਦਿੰਦਾ ਹੈ, ਸੜਕਾਂ ਤੇ ਰਾਹਾਂ ਦੀਆਂ ਮਿੱਟੀਆਂ ਨਾਲ ਬੰਦਾ ਨਹੀਂ ਰੱਜਣ ਲੱਗਿਆ ਕਦੇ। ਜੇ ਗੌਰਮੈਂਟਾਂ ਸਾਨੂੰ ਸਾਡਾ ਹੱਕ ਦੇ ਦੇਣ ਨਾ, ਸਾਡੇ ਹੱਕ ਦੇ ਦੇਣ, ਆਪਾਂ ਨੂੰ ਲੋੜ ਹੀ ਨਹੀਂ ਰਸਤੇ ਵੱਢਣ ਦੀ, ਆਪਣੇ ਕੋਲੇ ਬਹੁਤ ਕੁਛ ਹੈ, ਆਪਣਾ ਹੱਕ ਨਹੀਂ ਦਿੰਦੇ ਆਪਾਂ ਨੂੰ, ਆਪਣੇ ਹੱਕ ਮਾਰੇ ਪਏ ਨੇ। ਇਸੇ ਕਰਕੇ ਤਾਂ ਦਿੱਲੀਆਂ ਦੇ ਬਾਰਡਰਾਂ ਤੇ ਬੈਠੇ ਆ 7-7 ਮਹੀਨਿਆਂ ਦੇ, 7.5 ਮਹੀਨਿਆਂ ਦੇ, 550 ਸਾਡੇ ਪਿਓ ਭਰਾ ਪੁੱਤ ਉੱਥੇ ਸ਼ਹਾਦਤਾਂ ਦੇ ਗਏ, ਸਾਡੇ ਹੱਕਾਂ ਨੂੰ ਮਾਰ ਗਏ, ਫਿਰ ਸਾਨੂੰ ਆ ਵੱਢਣੇ ਪੈ ਗਏ ਵੀ ਇੱਥੋਂ ਵੀ ਰੱਜ ਲਈਏ, ਇੱਥੋਂ ਵੀ ਰੱਜ ਲਈਏ। ਪਰ ਨਹੀਂ, ਰਸਤਾ ਨਹੀਂ ਕਦੇ ਵੱਢੀਦਾ ਹੁੰਦਾ। ਮੈਂ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ, ਕਿਉਂਕਿ ਸੰਗਤ ਹੈ, ਵਿੱਚ ਹੀ ਬੈਠੇ ਹੁੰਦੇ ਨੇ ਸੰਗਤ ਦੇ, ਤੇ ਰਸਤੇ ਨੂੰ ਨਹੀਂ ਕਦੇ ਵੱਢਣਾ। ਰਸਤਾ ਜਿੰਨਾ ਖੁੱਲ੍ਹਾ ਹੋਵੇ ਓਨਾ ਚੰਗਾ ਹੈ, ਚੌੜਾ ਰਸਤਾ, ਜਿੰਨਾ ਹੱਕ ਹੈ, ਜਿੰਨਾ ਗੌਰਮੈਂਟ ਨੇ ਆਪਾਂ ਨੂੰ ਛੱਡਿਆ ਹੋਇਆ, ਉਹਨੂੰ ਕਦੇ ਨਾ ਰਸਤੇ ਨੂੰ ਵੱਢੋ। ਕਦੇ ਵੱਟਾਂ ਨਹੀਂ ਵੱਢੀਆਂ ਹੁੰਦੀਆਂ, ਵੱਟਾਂ ਦੇ ਵਿੱਚ ਵੀ ਨਾ ਕਈ ਘਰ ਉਜੜ ਗਏ ਵੱਟਾਂ ਵੱਢਦੇ, ਬਹੁਤ ਘਰਾਂ ਦੀਆਂ ਗੱਲਾਂ ਨੇ। ਕਈਆਂ ਨੂੰ ਆਦਤ ਹੁੰਦੀ ਆ, ਉਹੀ ਵੱਢੀ ਜਾਣਗੇ, ਨਹੀਂ, ਤੂੰ ਮਿਹਨਤ ਕਰ, ਗੁਰੂ ਤੇ ਰੱਖ ਭਰੋਸਾ, ਵੱਟਾਂ ਵੱਢ ਕੇ ਨਹੀਂ ਰੱਜਦਾ, ਬਿਨਾਂ ਵੱਟਾਂ ਤੋਂ ਹੀ ਰਜਾ ਦਿੰਦਾ ਵਾਹਿਗੁਰੂ। ਹੁਣ ਉਹ ਚੌਧਰੀ ਖੜਾ ਉੱਥੇ, ਚੌਧਰੀ ਨੂੰ ਮਾਣ ਹੈ, ਚੌਧਰੀ ਨੂੰ ਹੰਕਾਰ ਹੈ। ਹੁਣ ਰੱਬ ਦੇ ਪਿਆਰੇ ਨੇ ਗੱਲ ਰੱਬ ਦੀ ਕਰਨੀ ਹੈ, ਰੱਬ ਦੇ ਪਿਆਰੇ ਨੇ ਗੱਲ ਸੱਚੀ ਕਿਰਤ ਦੀ ਕਰਨੀ ਹੈ, ਤੇ ਰੱਬ ਦੇ ਪਿਆਰੇ ਨੇ ਸੋਹਣਾ ਜੀਵਨ ਜਿਉਣ ਦੀ ਗੱਲ ਕਰਨੀ ਹੈ। ਪਰ ਚੌਧਰੀ ਨੂੰ ਇਹ ਗੱਲ ਭਾਉਂਦੀ ਨਹੀਂ ਹੈ, ਕਿਉਂਕਿ ਝੂਠ ਦਾ ਵਪਾਰੀ ਹੈ ਨਾ, ਝੂਠ ਨਾਲ ਜੁੜਿਆ ਹੋਇਆ ਹੈ। ਅੱਜ ਜਦੋਂ ਭਗਤ ਕਬੀਰ ਜੀ ਮੁੜੇ ਆਉਂਦੇ ਨੇ ਨਾ, ਫੜ ਕੇ ਖੜਾ ਲਿਆ, ਉਹਨਾਂ ਦੀ ਬੋਲੀ ਇਸ ਤਰ੍ਹਾਂ ਦੀ ਹੁੰਦੀ ਹੈ, ਜਦੋਂ ਬੰਦਾ ਬਹੁਤੀ ਈਗੋ ਵਿੱਚ ਚਲਿਆ ਜਾਵੇ ਨਾ, ਉਦੋਂ ਉਹਨੂੰ ਬੋਲਣ ਦਾ ਵੀ ਜਿਹੜਾ ਬਹੁਤਾ ਤਰੀਕਾ ਨਹੀਂ ਰਹਿੰਦਾ, ਤੇ ਉਹਨੇ ਜਿਹੜੀ ਸ਼ਬਦਾਵਲੀ ਵਰਤੀ ਉਹ ਬਹੁਤ ਗਲਤ ਵਰਤੀ। ਆਪਾਂ ਇੱਥੋਂ ਕਹਿ ਵੀ ਨਹੀਂ ਸਕਦੇ, ਆਪਾਂ ਕਹਿੰਦੇ ਵੀ ਨਹੀਂ ਉਹ ਗੱਲ। ਚਲੋ ਉਹਨੇ ਆਖਿਆ ਵੀ ਬਾਬਾ ਮੈਂ ਤੇਰੇ ਨਾਲ 2 ਗੱਲਾਂ ਕਰਨੀਆਂ ਨੇ, ਖੜ ਜਾ। ਖੜਾ ਲਿਆ, ਕਹਿੰਦੇ ਗੱਲ ਸੁਣ, ਆ ਤੂੰ 25-30 ਬੰਦਿਆਂ ਨੂੰ ਰੋਜ਼ ਸਵੇਰੇ ਨਾਲ ਲੈ ਕੇ ਆਉਣਾ ਤੇ ਆਪ ਜਾਂਦਾ, ਫਿਰ ਉੱਥੇ ਆਪਦੇ ਘਰੇ ਸੰਗਤ ਕਰਦਾ, ਰੱਬ ਦਾ ਨਾਮ ਜਪੋ, ਫਲਾਣਾ, ਇਹ ਤਾਦਕ ਗੱਲਾਂ, ਇਹਦੇ ਚੋਂ ਕੀ ਨਿਕਲਦਾ ਹੈ? ਭਗਤ ਜੀ ਕਹਿੰਦੇ ਚੌਧਰੀ ਜੀ, ਇਹ ਤਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਯਾਦ ਹੈ, ਸਭ ਨੂੰ ਪਿਆਰ ਕਰਨਾ ਚਾਹੀਦਾ ਵਾਹਿਗੁਰੂ ਨਾਲ। ਕਹਿੰਦਾ ਕਿਹੜਾ ਵਾਹਿਗੁਰੂ? ਤੂੰ ਕੱਪੜੇ ਬੁਣਦਾ, ਭੁੱਖਾ ਮਰਦਾ, ਤੇਰੇ ਕੋਲ ਇੱਕ ਡੰਗ ਦੀ ਰੋਟੀ ਹੈਗੀ, ਇੱਕ ਦੀ ਹੈ ਨਹੀਂ, ਆਟਾ ਖਰੀਦ ਕੇ ਲਿਆਉਣਾ। ਆਹ ਵੇਖ, ਨਾਲੇ ਮੈਂ ਸ਼ਰਾਬਾਂ ਪੀਨਾ, ਨਾਲੇ ਮੈਂ ਹਰ ਤਰ੍ਹਾਂ ਦੇ ਬੁਰੇ ਕਰਮ ਕਰਦਾ, ਜਿੱਥੋਂ ਤੱਕ ਮੇਰੀ ਨਿਗਾਹ ਜਾਂਦੀ ਹੈ 4 ਛਪੇਰੇ ਛਟੀ ਘੁਮਾਤੀ। ਕਹਿੰਦਾ ਚੌਧਰੀ ਦੀ ਉਹ ਜ਼ਮੀਨ ਹੈ, ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਲਿਖ ਦਿੱਤਾ ਬਾਣੀ ਨੇ, ਕਹਿੰਦੇ ਚੌਧਰੀਆ ਤੇਰੇ ਵਾਂਗੂ ਮੇਰੀ ਕੈਰੋਂ ਕਰਤੇ, ਦੁਰਜੋਧਨ ਸੇ ਭਾਈ
12 योजन छात्र ਚੱਲੈ ਥਾ ਦੇਹੀ ਗਿਰਜਨ ਖਾਈ। 12 योजन ਪਤਾ ਕਿੰਨਾ ਬਣਦਾ ਹੈ? 1 योजन 4 ਕੋਹ ਦਾ ਹੁੰਦਾ ਹੈ। 48 ਕੋਹ ਦੇ ਵਿੱਚ ਦੁਰਯੋਧਨ ਦੀ ਫੌਜ ਬਹਿੰਦੀ ਹੁੰਦੀ ਸੀ। ਆਹ ਛਾਤਰ ਝੁੱਲਦਾ ਸੀ ਉਹਦੇ ਸਿਰ ਤੇ, ਵਿਚਕਾਰ ਆ ਬੈਠਦਾ ਸੀ। ਕਹਿੰਦੇ ਪਤਾ ਨਹੀਂ ਕਿੱਧਰ ਨੂੰ ਤੁਰ ਗਏ, ਪਤਾ ਹੀ ਨਹੀਂ ਲੱਗਿਆ। ਕਬਰਾਂ ਵਿੱਚ ਪਏ ਨੇ, ਕਈਆਂ ਨੂੰ ਗਿਰਜਾਂ ਨੇ ਨਹੀਂ ਖਾਧਾ। ਹੁਣ 48 ਕੋਹ ਜਿਹੜੀ ਫੌਜ ਬੈਠੀ ਹੈ, ਗਿਰਜ ਕਿੰਨਾ ਕੁ ਖਾ ਲੂਗੀ? ਇਸ ਕਰਕੇ ਘੇਰ ਲਿਆ। ਕਹਿੰਦੇ ਆ ਉਹ ਦੂਰ ਤੱਕ ਜਿੱਥੇ ਤੱਕ ਨਿਗਾਹ ਜਾਂਦੀ ਹੈ ਚੌਧਰੀ ਦੀ ਜ਼ਮੀਨ ਹੈ, ਤੈਨੂੰ ਕੀ ਮਿਲਿਆ ਬਈ? ਹੁਣ ਵੇਖੋ ਇਹ ਬੜਾ ਸੂਖਸ਼ਮ ਵਿਸ਼ਾ ਹੈ। ਵਾਹਿਗੁਰੂ ਨੂੰ ਪਿਆਰ ਕਰਨਾ ਜਿਹੜਾ ਨਾ, ਉੱਥੇ ਗਰੀਬੀ ਜਾਂ ਅਮੀਰੀ ਦਾ ਸੰਬੰਧ ਨਹੀਂ। ਇਹ ਤਾਂ ਸਾਡਾ ਸੰਸਾਰੀ ਜਿਹੜੀ ਪਰਵਰਿਸ਼ ਹੈ, ਇਹਦਾ ਸੰਬੰਧ ਸੰਸਾਰੀ ਹੈ। ਜਦੋਂ ਨਿਰੰਕਾਰ ਦੇ ਘਰ ਦੀ ਗੱਲ ਹੈ, ਉੱਥੇ ਇਸ ਗਰੀਬੀ ਤੇ ਅਮੀਰੀ ਦੀ ਗੱਲ ਕੀਤੀ ਹੋ ਨਹੀਂ ਹੈ, ਕਿਤੇ ਨਹੀਂ ਹੈਗੀ ਇਹਦੀ ਗੱਲ। ਉੱਥੇ ਅਮੀਰੀ ਆਉਂਦੀ ਹੈ ਅੰਦਰ ਦੀ। ਜੇਕਰ ਬੰਦਾ ਨੀਤ ਦਾ ਰੱਜਿਆ, ਭਾਵੇਂ ਛੱਪਰੀ 'ਚ ਰਹਿੰਦਾ, ਮਹਾਰਾਜ ਕਹਿੰਦੇ ਉਹ ਰਾਜ ਹੈ ਸਾਰੀ ਦੁਨੀਆ ਦਾ। ਜੇ ਤਖਤ ਤੇ ਬੈਠ ਕੇ ਭੁੱਖ ਹੈ, ਕਹਿੰਦੇ ਸਾਰੀ ਦੁਨੀਆ ਦਾ ਕੰਗਾਲ ਬੰਦਾ ਹੈ। ਤਖਤ ਤੇ ਬੈਠ ਕੇ ਵੀ ਭੁੱਖ ਹੈ। ਇਸ ਚੀਜ਼ ਨੂੰ ਆਪਾਂ ਵਿਚਾਰਨਾ ਹੈ। ਤਾਂ ਉੱਥੇ ਕਹਿਣ ਲੱਗੇ ਵੀ ਆ ਸਾਰੀ ਜ਼ਮੀਨ ਮੇਰੀ, ਤੂੰ ਤਾਂ ਕੱਪੜੇ ਬੁਣਦਾ, ਤੈਨੂੰ ਕੀ ਦਿੱਤਾ ਰੱਬ ਨੇ? ਭਗਤ ਕਬੀਰ ਜੀ ਕਹਿੰਦੇ ਮੇਰੇ ਕੋਲ ਤਾਂ ਬਹੁਤ ਕੁਛ ਹੈ। ਕਹਿੰਦੇ ਦਿਖਾ ਤੇਰੇ ਕੋਲੇ ਕੀ ਹੈ? ਕਹਿੰਦੇ ਚੌਧਰੀ ਆ, ਕਦੇ ਮਾਣ ਨਹੀਂ ਕਰੀਂਦਾ ਹੁੰਦਾ, ਹੰਕਾਰ ਨਹੀਂ ਕਰੀਂਦਾ ਹੁੰਦਾ। ਕਹਿੰਦੇ ਮੇਰਾ ਪਰਮੇਸ਼ਰ ਕਹਿੰਦਾ ਜਿਹੜਾ ਮਾਣ ਤੂੰ ਕਰਦਾ ਨਾ, ਇਸ ਤਰ੍ਹਾਂ ਬਹੁਤ ਲੋਕ ਕਰਦੇ ਸੀ। ਤੂੰ ਧਿਆਨ ਤੇਰਾ ਭਟਕ ਚੁੱਕਿਆ, ਇਸ ਧਿਆਨ ਨੂੰ ਤੂੰ ਵਾਹਿਗੁਰੂ ਨਾਲ ਜੋੜ। ਕਹਿੰਦਾ ਕਿਉਂ ਜੋੜਾ, ਮੈਂ ਕੀ ਲੈਣਾ? ਭਗਤ ਕਬੀਰ ਜੀ ਕਹਿੰਦੇ ਪਰਮੇਸ਼ਰ ਦਾ ਹੁਕਮ ਹੈ, ਉਹਦੇ ਘਰ ਦਾ ਨਿਯਮ ਹੈ। ਆ ਸਰੀਰ ਹੈ ਜਿਹੜਾ ਨਾ, ਇੱਕ ਦਿਨ ਇਹਨੇ ਬਿਨਸ ਜਾਣਾ, ਤੇ ਇਹ ਤੋਂ ਅਗਲੀ ਮਰਜ਼ਾਦਾ ਕੀ ਹੈ ਸੁਣੋ। ਇੱਕ ਦਿਨ ਬੰਦਿਆ ਤੈਂ ਉੱਠ ਚੱਲਣਾ, ਪਰਤ ਕੇ ਆਉਣਾ ਨਹੀਂ। ਉਹ ਬੰਦਿਆ ਪਰਤ ਕੇ ਆਉਣਾ ਨਹੀਂ। ਇੱਕ ਦਿਨ ਬੰਦਿਆ ਤੈ ਉੱਠ ਚੱਲਣਾ, ਪਰਤ ਕੇ ਆਉਣਾ ਨਹੀਂ। ਉਹ ਬੰਦਿਆ ਪਰਤ ਕੇ ਆਉਣਾ ਨਹੀਂ। ਇੱਕ ਦਿਨ ਬੰਦਿਆ ਤੈ ਉੱਠ ਚੱਲਣਾ, ਪਰਤ ਕੇ ਆਉਣਾ ਨਹੀਂ। ਉਹ ਬੰਦਿਆ ਪਰਤ ਕੇ ਆਉਣਾ ਨਹੀਂ। ਇੱਕ ਦਿਨ ਬੰਦਿਆ ਤੈਂ ਉੱਠ ਚੱਲਣਾ, ਪਰਤ ਕੇ ਆਉਣਾ ਨਹੀਂ। ਉਹ ਬੰਦਿਆ ਪਰਤ ਕੇ ਆਉਣਾ ਨਹੀਂ। ਇੱਕ ਦਿਨ ਬੰਦਿਆ ਤੈ ਉੱਠ ਚੱਲਣਾ, ਪਰਤ ਕੇ ਆਉਣਾ ਨਹੀਂ। ਉਹ ਬੰਦਿਆ ਪਰਤ ਕੇ ਆਉਣਾ ਨਹੀਂ। ਇੱਕ ਦਿਨ ਬੰਦਿਆ ਤੈ ਉੱਠ ਚੱਲਣਾ, ਪਰਤ ਕੇ ਆਉਣਾ ਨਹੀਂ। ਉਹ ਬੰਦਿਆ ਪਰਤ ਕੇ ਆਉਣਾ ਨਹੀਂ। ਭਗਤ ਜੀ ਕਹਿਣ ਲੱਗੇ ਕਬੀਰ ਨੌਬਤ ਆਪਣੀ, ਦਿਨ ਦਸ ਲਿਹੋ ਬਜਾਏ। ਨਦੀ ਨਾਵ ਸੰਜੋਗ ਜਿਉ ਬੋਹਰ ਨਾ ਮਿਲ ਹੈ ਆਏ। ਇੱਥੋਂ ਜਿਹੜਾ ਤੁਰ ਗਿਆ ਨਾ, ਨਦੀ ਤੇ ਨਾਵ ਕਹੀਏ ਬੇੜੀ, ਨਦੀ ਦੇ ਪਾਣੀ ਵਾਲਾ ਤੇ ਬੇੜੀ ਵਾਲਾ ਸੰਬੰਧ ਹੈ। ਜਿਨ੍ਹਾਂ ਦੇ ਤੁਰ ਗਏ ਵੇਖ ਲਓ ਖਿਆਲ ਕਰਕੇ, ਕਿਸੇ ਦਾ ਵੱਡੇ ਤੁਰ ਗਏ, ਕਿਸੇ ਦੇ ਉਮਰ ਦੇ ਹਮਜੋਲੀ ਤੁਰ ਗਏ, ਕਿਸੇ ਦੇ ਹੱਥਾਂ 'ਚ ਛੋਟੇ ਤੁਰ ਗਏ। ਇੱਥੇ ਕਿਸ ਤਰ੍ਹਾਂ ਦੀ ਮੌਤ ਨਹੀਂ ਹੁੰਦੀ? ਬੱਚੇ ਤੋਂ ਲੈ ਕੇ ਨੌਜਵਾਨ, ਅੱਧਖੜ ਉਮਰਾਂ, ਬਜ਼ੁਰਗ ਸਾਰੇ ਤੁਰੀ ਜਾਂਦੇ ਨੇ। ਪਤਾ ਨਹੀਂ ਕਦੋਂ ਉਹ ਬੇਰਾ ਨਹਿ ਬੁੱਝੀ ਹੈ, ਜਾਂ ਆਏ ਪਰ ਹੈ ਜੰਮ ਫੰਦ। ਉਹ ਵੇਲੇ ਦਾ ਕੀ ਪਤਾ ਕਦੋਂ ਉਹ ਵੇਲਾ ਵਾਪਰ ਜਾਵੇ, ਕਦੋਂ ਕੀ ਹੋ ਜਾਵੇ। ਐਸੋ ਇਹੋ ਸੰਸਾਰ ਪੇਖਣਾ ਰਹਿਣ ਨਾ ਕੋ ਪਈ ਹੈ ਰੇ। ਸੂਧੇ ਸੂਧੇ ਰੇਗ ਚਲੋ ਤੁਮ, ਨਤਰ ਕੋ ਧੱਕਾ ਦਵਈ ਹੈ ਰੇ। ਬਾਰੇ ਬੁੱਢੇ ਤਰਨੇ ਭਈਆ, ਸਭ ਹੂੰ ਜਮ ਲੈ ਜਈ ਹੈ ਰੇ। ਸੋ ਇਸ ਕਰਕੇ
ਆਪਣੇ ਹੱਥਾਂ ਵਿੱਚ ਕੀ ਕੁਝ ਹੋਈ ਜਾਂਦਾ, ਅੱਖਾਂ ਸਾਹਮਣੇ ਕੀ ਕੁਝ ਹੋਈ ਜਾਂਦਾ, ਪਰ ਬੰਦਾ ਇੰਨਾ ਅਵੇਸਲਾ, ਇੰਨਾ ਬੇਧਿਆਨਾ, ਇੰਨਾ ਬੇਪਰਵਾਹ ਮਨਮਾਨੀਆਂ ਕਰਦਾ ਹੈ। ਵਾਹਿਗੁਰੂ ਤੋਂ ਡਰੀਏ, ਪ੍ਰਮਾਤਮਾ ਤੋਂ ਡਰੀਏ। ਵਾਹਿਗੁਰੂ ਵੱਲੋਂ ਜਿਹੜੀ ਗੋਡ ਗਿਫਟ ਸਵਾਸਾਂ ਦੀ ਪੂੰਜੀ ਮਿਲੀ ਹੈ, ਇਹਦਾ ਅਸੀਂ ਵੱਧ ਤੋਂ ਵੱਧ ਲਾਭ ਉਠਾਈਏ, ਇਹਨਾਂ ਨੂੰ ਸਫਲੇ ਕਰੀਏ ਸਵਾਸਾਂ ਨੂੰ। ਵਾਹਿਗੁਰੂ ਦੀ ਯਾਦ ਵਿੱਚ ਜੁੜੇ ਸਵਾਸ ਸਫਲੇ ਹੁੰਦੇ ਨੇ। ਸੋ ਪਿਆਰਿਓ, ਜਦੋਂ ਭਗਤਾਂ ਦੀ ਗੱਲ ਕਰਾਂਗੇ ਨਾ, ਬਾਣੀ ਪੜ੍ਹਦੇ ਹਾਂ, ਭਗਤਾਂ ਦੇ ਜੀਵਨ ਪੜ੍ਹਦੇ ਹਾਂ, ਉਦੋਂ ਤਾਂ ਫਿਰ ਇੱਥੇ ਪਹੁੰਚ ਜਾਂਦੀ ਹੈ ਸੁਰਤ ਜਿਹੜੀ ਹੈ ਨਾ, ਧਿਆਨ ਇੱਥੇ ਪਹੁੰਚ ਜਾਂਦਾ ਹੈ। ਜਿਤਨੇ ਸਵਾਸ ਆਉਂਦੇ ਨੇ, ਇੱਕ ਵੀ ਸਵਾਸ ਵਾਹਿਗੁਰੂ ਦੀ ਯਾਦ ਤੋਂ ਖਾਲੀ ਨਹੀਂ ਜਾ ਸਕਦਾ ਭਗਤ ਦਾ। ਹੁਣ ਆਪਣਾ ਇਹਦੇ ਉਲਟ ਹੈ। ਹੋ ਸਕਦਾ ਕੋਈ ਭਾਗਾਂ ਵਾਲਾ ਕਿਤੇ ਕਿਸਮਤ ਜਾਗੇ, ਦਿਨ ਦੇ ਵਿੱਚ ਕਿਤੇ ਵਾਹਿਗੁਰੂ, ਸਤਨਾਮ, ਧੰਨ ਗੁਰੂ ਨਾਨਕੇ ਸਵਾਸ ਨਾਲ ਕਹਿ ਲਵੇ, ਨਹੀਂ ਤਾਂ ਜ਼ਿਆਦਾ ਵਿਅਰਥੀ ਜਾ ਰਹੇ ਨੇ। ਇਸ ਕਰਕੇ ਸਾਨੂੰ ਸਤ ਸੰਗਤ ਜ਼ਰੂਰੀ ਹੁੰਦੀ ਹੈ। ਇਸੇ ਕਰਕੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਚਨ ਕੀਤੇ, ਅੰਤੇ ਸਤਿਗੁਰ ਬੋਲਿਆ, ਮੈਂ ਪਿੱਛੇ ਕੀਰਤਨ ਕਰੇ ਹੋ ਨਿਰਵਾਣ ਜੀਓ। ਫਿਰ ਹੀ ਆਖਿਆ, ਕਿਉਂਕਿ ਕਹਿੰਦੇ ਵਿਆਹਾਂ ਸਾਹਿਆਂ ਦੇ ਵਿੱਚ ਉੱਥੇ ਤਾਂ ਬੰਦਾ ਨੱਚਦਾ ਟੱਪਦਾ, ਆਰਕੈਸਟਰਾਂ ਲਿਆਉਂਦਾ। ਅੱਜ ਕੱਲ੍ਹ ਤਾਂ ਬਦਲ ਗਿਆ ਸਭ ਕੁਝ, ਮਾਫ ਕਰਨਾ, ਦੁੱਖ ਦੀਆਂ ਗੱਲਾਂ ਨੇ। ਆਨੰਦ ਕਾਰਜ ਵੀ ਅੱਜ ਕੱਲ੍ਹ ਇੱਕ ਫਾਰਮੈਲਿਟੀ ਬਣ ਕੇ ਰਹਿ ਗਏ। ਆਨੰਦ ਕਾਰਜਾਂ ਦੀ ਜਦੋਂ ਗੱਲ ਆਉਂਦੀ ਹੈ, ਉਸ ਵੇਲੇ ਫਿਰ ਘਰਾਂ ਦੇ ਵਿੱਚ ਵਿਚਾਰਾਂ ਹੁੰਦੀਆਂ ਨੇ, ਕਿਹੜੇ ਕਿਹੜੇ ਜਾਓਗੇ ਆਨੰਦ ਕਾਰਜਾਂ 'ਤੇ? ਉਹ ਤੂੰ ਵਗ ਜਾ ਫਲਾਣਿਆ, ਨਾ ਭਾਈ ਤੜਕੀ ਤਾਂ ਉੱਠਿਆ ਨਹੀਂ ਜਾਂਦਾ। ਜੇ ਕਿਤੇ ਉੱਥੋਂ ਜਾਣਾ ਹੋਵੇ ਮੈਰਿਜ ਪੈਲਸ ਦੇ ਵਿੱਚੋਂ, ਉੱਥੋਂ ਜੇ ਜਾਣਾ ਕਿਹੜੇ ਕਿਹੜੇ ਚੱਲੀਏ, ਤੂੰ ਵਗ ਜਾ, ਤੂੰ ਵਗ ਜਾ। ਭਾਵ ਗੁਰੂ ਦੇ ਦਰ 'ਤੇ ਜਾਣਾ, ਗੁਰੂ ਦੇ ਦਰਸ਼ਨ ਕਰਨੇ ਨੇ, ਉੱਥੇ ਗੁਰਬਾਣੀ ਸੁਣਨੀ ਹੈ, ਕੀਰਤਨ ਸੁਣਨਾ ਹੈ। ਮਸਾਂ ਜਾ ਕੇ ਜੇ 1000 ਬੰਦੇ ਦਾ ਇਕੱਠ ਹੈ, 500 ਬੰਦੇ ਦਾ ਇਕੱਠ ਹੈ, ਤਾਂ 20 ਬੰਦੇ ਸਾਡੇ ਵੱਧ ਤੋਂ ਵੱਧ ਗਿਣਤੀ ਹੁੰਦੀ ਹੈ। ਆਨੰਦ ਕਾਰਜਾਂ ਦੇ ਵਿੱਚ 20 ਬੰਦੇ ਜਾਂਦੇ ਨੇ। ਕਿਉਂ? ਚਲੋ ਕਰਾਉਣੇ ਤਾਂ ਪੈਣਗੇ, ਕਰਾਉਣੇ ਤਾਂ ਪੈਣਗੇ। ਇੱਥੋਂ ਸਾਡਾ ਪਤਾ ਲੱਗਦਾ ਵੀ ਗੁਰੂ ਨਾਲ ਸਾਡਾ ਪਿਆਰ ਕਿੰਨਾ ਹੈ। ਤੇ ਫਿਰ ਵਿਆਹਾਂ ਦੇ ਵਿੱਚ ਤਾਂ ਬੰਦਾ ਨੱਚਦਾ ਟੱਪਦਾ, ਇਹ ਤਾਂ ਸੱਚਮੁੱਚ ਦਾ ਪ੍ਰੇਤ ਬਣਿਆ ਹੁੰਦਾ ਉੱਥੇ। ਤੇ ਆਹੀ ਇੱਕ ਜਗ੍ਹਾ ਹੈ, ਇੱਕ ਜਗ੍ਹਾ ਬਚ ਗਈ ਜਿਹੜੀ ਮੌਤ ਦੇ ਸਮੇਂ ਸੰਗਤ ਇਕੱਤਰ ਹੁੰਦੀ ਹੈ। ਇੱਥੋਂ ਇਹ ਕੋਈ ਸੋਝੀ ਲੈ ਕੇ ਉੱਠ ਖੜੇ ਤਾਂ ਇਹਦਾ ਜ਼ਿੰਦਗੀ, ਇਹਦਾ ਜੀਵਨ ਸੰਵਰ ਸਕਦਾ ਹੈ। ਬਾਕੀ ਤਾਂ ਕੋਈ ਜਗ੍ਹਾ ਨਹੀਂ ਬਚੀ ਇਹਦੇ ਵਾਸਤੇ। ਆਪਣਾ ਆਮ ਵੀ ਜਿਹੜਾ ਬੈਠਣਾ ਉੱਠਣਾ ਹੈ, ਉਹ ਗੁਰਮੁਖਾਂ ਦੇ ਕੋਲ ਬਹੁਤ ਘੱਟ ਹੁੰਦਾ ਜ਼ਿੰਦਗੀ ਦੇ ਵਿੱਚ। ਜ਼ਿਆਦਾਤਰ ਅਸੀਂ ਉੱਥੇ ਬੈਠਦੇ ਹਾਂ ਗੁਰਮੁਖਾਂ ਦੇ ਕੋਲ, ਤਾਂ ਜਿਹਦੇ ਭਾਗ ਜਾਗਦੇ ਨੇ ਉਹ ਬੈਠਦੇ ਨੇ। ਦੂਜਾ ਤਾਂ ਪਰੇ ਲੰਘ ਜਾਂਦਾ, ਕਹਿੰਦਾ ਛੱਡ ਪਰੇ ਯਾਰ, ਇਹ ਤਾਂ ਰੱਬ ਦੀਆਂ ਗੱਲਾਂ ਸੁਣਾਊਗਾ, ਕੀ ਕਰਨਾ ਆਪਾਂ ਨੇ। ਟੁੱਟ ਗਿਆ ਨਾ, ਜਦੋਂ ਧਿਆਨ ਭਟਕ ਗਿਆ, ਫਿਰ ਇਹਨੂੰ ਕੀ ਲੋੜ ਹੈ, ਫਿਰ ਇਹ ਕਹਿੰਦਾ ਛੱਡ ਪਰੇ, ਹੁਣ ਕੀ ਕਰਾਉਣਾ। ਗੁਰਮੁਖਾਂ ਦੇ ਕੋਲ ਬੈਠਿਆਂ ਹੀ ਜਿੰਨਾ ਇਤਿਹਾਸ, ਆਪਣਾ ਇਤਿਹਾਸ ਪੜ੍ਹ ਲਓ, ਗੁਰਮੁਖਾਂ ਦਾ ਸੰਗ ਹੋਇਆ ਜਿਨ੍ਹਾਂ ਦੇ ਜੀਵਨ ਸਮਰੇ ਨੇ। ਗੁਰਮੁਖਾਂ ਕੋਲ ਬੈਠੇ, ਫਿਰ ਜਾ ਕੇ ਜੀਵਨ ਸਮਰਦਾ ਹੈ। ਨਹੀਂ ਤਾਂ ਫਿਰ ਜੈਸੀ ਸੰਗਤ ਵੈਸੀ ਰੰਗਤ, ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਉਹ ਤਾਂ ਫਿਰ ਫਲ ਭੋਗਣਾ ਪੈਂਦਾ, ਫਲ ਖਾਣਾ ਪੈਂਦਾ। ਤਾਂ ਉਸ ਵੇਲੇ ਭਗਤ ਕਬੀਰ ਜੀ ਕਹਿਣ ਲੱਗੇ, ਚੌਧਰੀਆ, ਇਹ ਧਰਤੀ ਤੇ ਵੱਡੀਆਂ ਵੱਡੀਆਂ ਜ਼ਮੀਨਾਂ ਦੇ ਮਾਲਕ ਆਏ, ਤੇਰੇ ਨਾਲੋਂ ਬਹੁਤ ਵੱਡੇ ਲੋਕ ਚੱਕਰਵਰਤੀ ਰਾਜੇ ਆ ਕੇ ਮੁੜ ਗਏ, ਕਦੇ ਮਾਣ ਨਹੀਂ ਕਰੀਦਾ ਹੁੰਦਾ। ਕਹਿੰਦਾ ਛੱਡੋ ਬਾਬਾ, ਤੇਰੇ ਵਰਗੇ 3600 ਬਾਬੇ ਵੇਖੇ ਨੇ। ਵੇਖੋ ਪਿਆਰਿਓ, ਦੋ ਤਰ੍ਹਾਂ ਦੀ ਗੱਲ ਹੁੰਦੀ ਹੈ। ਇਹ ਸੰਸਾਰ ਤੇ ਸਾਧ ਵੀ ਹੈਗਾ, ਇੱਥੇ ਚੋਰ ਵੀ ਹੈਗਾ, ਇੱਥੇ ਚੰਗੇ ਲੋਕ ਵੀ ਨੇ, ਇੱਥੇ ਮਾੜੇ ਲੋਕ ਵੀ ਨੇ। ਜੇ ਚੰਗਾ ਕੋਈ ਸਾਧੂ ਹੈ ਨਾ, ਚੰਗਾ ਗੁਰਮੁਖ ਹੈ, ਸੱਚ ਨਾਲ ਜੁੜਿਆ, ਉਹਦੀ ਕਦਰ ਕਰਨੀ ਚਾਹੀਏ। ਜੇ ਕੋਈ ਐਵੇਂ ਠੱਗ ਤੁਰਿਆ ਫਿਰਦਾ ਹੈ, ਕਿਉਂਕਿ ਦੋ ਸਰੂਪ ਹੁੰਦੇ ਨੇ ਨਾ, ਦੋ ਸਰੂਪ। ਜਿਵੇਂ ਇੱਕ ਫਿਲਮ ਚੱਲ ਰਹੀ ਹੈ, ਉਹਦੇ ਦੋ ਪਾਰਟ ਹੁੰਦੇ ਨੇ। ਇੱਕ ਤਾਂ ਸਟੇਜ ਤੇ ਸਾਹਮਣੇ ਹੋ ਰਿਹਾ ਸਭ ਕੁਝ, ਇੱਕ ਪਰਦੇ ਦੇ ਬੈਕਗਰਾਊਂਡ ਤੇ ਹੋ ਰਿਹਾ। ਸਟੇਜ ਵਾਲਾ ਤਾਂ ਸਭ ਨੂੰ ਦਿਸ ਰਿਹਾ। ਆਹ ਜਿਹੜਾ ਆਪਾਂ ਆਮਣੇ ਸਾਹਮਣੇ ਬੈਠੇ ਹਾਂ, ਇਹ ਤਾਂ ਸਟੇਜੀ ਹੈ। ਇਹ ਸਭ ਦਿਸ ਰਿਹਾ ਵੀ ਕਿਸੇ ਨੇ ਕੀ ਪਹਿਨੇ ਆ, ਕਿਹੋ ਜਿਹੇ ਕੱਪੜੇ ਪਾਏ ਨੇ, ਕਿੰਨਾ ਸਿਉਣਾ ਪਾਇਆ, ਕਿਹੋ ਜਿਹੇ ਸ਼ੂਟ ਬੂਟ ਨੇ, ਇਸ ਤਰ੍ਹਾਂ ਦਾ। ਇਹ ਤਾਂ ਸਟੇਜੀ ਹੈ, ਸਾਡਾ ਪਾਰਟ ਹੈ ਜਿਹੜਾ। ਇੱਕ ਬੈਕਗਰਾਊਂਡ ਹੈ, ਬੈਕਗਰਾਊਂਡ ਵਾਲਾ ਸਟੇਜੀ ਨਾਲੋਂ ਜ਼ਿਆਦਾ ਜ਼ਰੂਰੀ ਹੈ। ਕਿਉਂ? ਕਿਉਂਕਿ ਹੁਣ ਤੁਸੀਂ ਮੇਰੇ ਬੋਲ ਸੁਣ ਰਹੇ ਹੋ, ਮੈਨੂੰ ਵੇਖ ਰਹੇ ਹੋ, ਮੈਂ ਤੁਹਾਨੂੰ ਵੇਖ ਰਿਹਾ। ਇਹਦੇ ਨਾਲ ਤੁਸੀਂ ਮੇਰੀ ਜ਼ਿੰਦਗੀ, ਜੀਵਨ, ਬੈਕਗਰਾਊਂਡ, ਮੇਰੀ ਕਰਤੂਤ ਕੀ ਹੈ, ਉਹ ਨਹੀਂ ਤੁਸੀਂ ਪੜ੍ਹ ਸਕਦੇ ਮੇਰੇ ਚਿਹਰੇ ਤੋਂ, ਬਿਲਕੁਲ ਨਹੀਂ ਪੜ੍ਹ ਸਕਦੇ। ਉਹ ਮੈਨੂੰ ਪਤਾ ਹੈ, ਗੁਰੂ ਨੂੰ ਪਤਾ ਹੈ, ਉਹ ਸਹੀ ਹੋਣੀ ਜ਼ਰੂਰੀ ਹੈ। ਇਹਦੇ ਨਾਲੋਂ ਉਹ ਜ਼ਿਆਦਾ ਸਹੀ ਹੋਣੀ ਜ਼ਰੂਰੀ ਹੈ। ਬੈਕਗਰਾਊਂਡ ਕੀ ਹੈ ਸਾਡਾ,
ਗੁਰੂ ਉਹ ਵੇਖਦਾ ਹੈ। ਸਟੇਜੀ ਹੈ ਜਿਹੜਾ, ਉਹ ਤਾਂ ਸਭ ਵੇਖ ਲੈਂਦੇ ਨੇ ਨਾ। ਸਟੇਜੀ ਬੰਦੇ ਦਾ ਜੀਵਨ ਨਹੀਂ ਹੁੰਦਾ, ਇਹ ਤਾਂ ਰਹਿਤ ਮਰਜ਼ਾਦਾ ਹੈ ਆਪਣੀ। ਪੁਲਿਸ ਵਾਲੇ ਨੇ ਪੁਲਿਸ ਦੀ ਵਰਦੀ ਪਾਈ ਹੈ, ਫੌਜੀ ਨੇ ਫੌਜ ਦੀ ਵਰਦੀ ਪਾਈ ਹੈ, ਇਹ ਤਾਂ ਸਾਡੇ ਸਾਹਮਣੇ ਦਿਸ ਰਿਹਾ ਨਾ, ਪਰ ਉਹਦੇ ਅੰਦਰ ਕੀ ਚੱਲ ਰਿਹਾ ਹੈ ਉਹ ਬੈਕਗਰਾਉਂਡ ਹੈ ਸਾਡੀ, ਉਹ ਸਹੀ ਹੋਣੀ ਚਾਹੀਦੀ ਹੈ। ਗੁਰੂ ਦੀ ਬਾਣੀ ਉਹ ਸਹੀ ਕਰਦੀ ਹੈ। ਤੇ ਚੌਧਰੀਆ ਇੱਥੇ ਬੜੇ ਬੜੇ ਆ ਕੇ ਮੁੜ ਗਏ, ਮਾਣ ਨਾ ਕਰ, ਬੜਾ ਕੁਝ ਆਖਿਆ, ਬਹੁਤ ਬੁਰੀਆਂ ਭਲੀਆਂ ਗੱਲਾਂ ਕਹਿੰਦਾ, ਕਿਉਂਕਿ ਮਾਣ ਦੇ ਨਸ਼ੇ ਦੇ ਵਿੱਚ, ਈਗੋ ਦੇ ਨਸ਼ੇ ਵਿੱਚ ਲੋਕਾਂ ਨੇ ਗੁਰੂ ਸਾਹਿਬਾਨਾਂ ਨੂੰ ਵੀ ਧੱਕੇ ਮਾਰੇ ਨੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਗੁਰੂ ਸਾਹਿਬਾਨਾਂ ਨੂੰ ਵੀ ਧੱਕੇ ਮਾਰੇ ਨੇ। ਈਗੋ ਇੱਕ ਇਹੋ ਜਿਹਾ ਨਸ਼ਾ ਹੈ, ਅਭਿਮਾਨ ਹੰਕਾਰ ਇਹੋ ਜਿਹਾ ਨਸ਼ਾ ਹੈ। ਔਰੰਗਜ਼ੇਬ ਵਰਗੇ ਬਾਦਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਬੁਰਾ ਭਲਾ ਬੋਲੇ। ਜਹਾਂਗੀਰ ਬਾਦਸ਼ਾਹ ਵਰਗੇ ਬਾਦਸ਼ਾਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਬੁਰਾ ਭਲਾ ਬੋਲੇ, ਕਿਉਂਕਿ ਉਹ ਲੱਗਦਾ ਉਹਨੂੰ ਵੀ ਮੈਂ ਪਤਾ ਨਹੀਂ ਕੀ ਕੁਛ ਹਾਂ। ਚਲੋ ਰਹੋ ਵਿਚਾਰ। ਉੱਥੇ ਫਿਰ ਭਗਤ ਕਬੀਰ ਜੀਆਂ ਨੇ ਜਦੋਂ ਚੌਧਰੀ ਬੋਲ ਹਟਿਆ, ਕਹਿੰਦੇ ਚੌਧਰੀ ਆ ਤੂੰ ਬੋਲ ਹਟਿਆ ਹੁਣ ਸਾਰਾ ਕੁਛ? ਕਹਿੰਦਾ ਹਾਂ ਮੈਂ ਜੋ ਕਹਿਣਾ ਸੀ ਕਹਿ ਦਿੱਤਾ। ਕਹਿੰਦੇ ਫਿਰ ਹੁਣ ਸਾਡੀ ਗੱਲ ਸੁਣ। ਹੁਣ ਰੱਬ ਦਾ ਪਿਆਰਾ ਕੀ ਹੋਇਆ ਜੇ ਉਹਨੇ ਫਿਰ ਉਹਦੀ ਸ਼ੰਕਾ ਦੂਰ ਨਾ ਕੀਤੀ। ਹੁਣ ਜੇ ਉੱਥੇ ਊਣਾ ਭਾਂਡਾ ਹੁੰਦਾ ਨਾ, ਉੱਥੇ ਚੌਧਰੀ ਨਾਲ ਹੱਥੋਂ ਪਾਈ ਹੋ ਜਾਂਦਾ ਵੀ ਤੂੰ ਮੈਨੂੰ ਇਸ ਤਰ੍ਹਾਂ ਕਿਵੇਂ ਕਹਿੰਦਾ। ਪਰ ਰੱਬ ਦੇ ਪਿਆਰਾਂ ਕੋਲੇ ਨਿਮਰਤਾ ਵਾਲਾ ਗਹਿਣਾ ਹੁੰਦਾ ਹੈ। ਪਿਆਰ ਇੱਕ ਇਹੋ ਜਿਹਾ ਸ਼ਾਸਤਰ ਹੈ, ਪਿਆਰ ਇੱਕ ਇਹੋ ਜਿਹਾ ਹਥਿਆਰ ਹੈ, ਜਿੱਥੇ ਸ਼ਾਸਤਰ ਕੰਮ ਨਹੀਂ ਕਰਦਾ ਉੱਥੇ ਪਿਆਰ ਵਾਲਾ ਹਥਿਆਰ ਕੰਮ ਕਰ ਜਾਂਦਾ ਹੈ। ਆਪਣੇ ਘਰਾਂ ਵਿੱਚ ਵਰਤ ਕੇ ਵੇਖੋ ਕਦੇ, ਆਪਣੇ ਘਰਾਂ ਦੇ ਵਿੱਚ ਪਿਆਰ ਦਾ ਮਾਹੌਲ ਬਣਾ ਲਓ, ਜ਼ਿੰਦਗੀ ਜਿਉਣ ਦਾ ਹੀ ਢੰਗ ਬਦਲ ਜਾਣਾ ਹੈ। ਜਿਨ੍ਹਾਂ ਘਰਾਂ ਦੇ ਵਿੱਚ ਪਿਆਰ ਵਾਲਾ ਮਾਹੌਲ ਹੈ ਨਾ, ਮਾਇਆ ਚਾਹੇ ਥੋੜ੍ਹੀ ਹੋਵੇ, ਜਿਉਣ ਦਾ ਆਨੰਦ ਆਉਂਦਾ ਉੱਥੇ। ਜਿਨ੍ਹਾਂ ਘਰਾਂ ਵਿੱਚ ਪਿਆਰ ਨਹੀਂ, ਲੜਾਈ ਓ ਲੜਾਈ ਹੈ, ਖਿਆਲ ਨਹੀਂ ਮਿਲਦੇ, ਕ੍ਰੋਧੀ ਟੱਬਰ ਹੈ, ਉੱਥੇ ਬੇਚੈਨੀ ਹੈ, ਉੱਥੇ ਆਨੰਦ ਨਹੀਂ ਹੈਗਾ, ਉੱਥੇ ਮਾਇਆ ਦਾ ਕੋਈ ਫਾਇਦਾ ਨਹੀਂ, ਚਾਹੇ ਅਲਮਾਰੀਆਂ ਭਰੀਆਂ ਪਈਆਂ ਨੇ। ਪਿਆਰ ਦੇ ਨਾਲ ਬੱਚੇ ਨੂੰ ਪਿਆਰ ਨਾਲ ਸਮਝਾਉਣਾ, ਘਰ ਵਾਲੀ ਦੇ ਨਾਲ ਪਿਆਰ ਦਾ ਵਰਤਾਅ ਰੱਖਣਾ, ਮਾਂ ਪਿਓ ਦੇ ਨਾਲ ਪਿਆਰ ਵਾਲਾ ਵਰਤਾਅ ਰੱਖਣਾ, ਫਿਰ ਥੋੜ੍ਹੀ ਮਾਇਆ ਵੀ ਚੰਗੀ ਬਣ ਜਾਂਦੀ ਹੈ। ਸੌਣ ਦਾ ਵੀ ਆਨੰਦ ਆਉਂਦਾ ਹੈ, ਜਾਗਣ ਦਾ ਵੀ ਆਨੰਦ ਆਉਂਦਾ ਹੈ। ਜਿੱਥੇ ਪਿਆਰ ਦਾ ਵਰਤਾਅ ਨਹੀਂ ਹੈਗਾ, ਸੁੱਤਾ ਵੀ ਕ੍ਰੋਧ ਦੇ ਵਿੱਚ ਹੈ, ਸਵੇਰੇ ਉੱਠਦਿਆਂ ਫਿਰ ਉਹੀ ਗੱਲਾਂ ਯਾਦ ਆ ਗਈਆਂ, ਕ੍ਰੋਧ ਵਿੱਚ ਹੀ ਫਿਰ ਉੱਠਿਆ। ਤੇ ਜੀਵਨ ਦਾ ਜਦੋਂ ਦਿਨ ਦੀ ਸ਼ੁਰੂਆਤ ਹੁੰਦੀ ਹੈ ਨਾ, ਸਵੇਰੇ ਹੀ ਪਤਾ ਲੱਗ ਜਾਂਦਾ ਹੈ। ਸਵੇਰੇ ਜਦੋਂ ਬੰਦਾ ਉੱਠਦਾ ਹੈ, ਮੂਡ ਫਰੈਸ਼ ਹੈ, ਚਿਹਰੇ ਤੇ ਖੁਸ਼ੀ ਹੈ, ਪਰਿਵਾਰ ਦਾ ਮਾਹੌਲ ਵਧੀਆ ਹੈ, ਸਾਰਾ ਦਿਨ ਫੁੱਲਾਂ ਵਾਂਗੂ ਲੰਘਦਾ, ਹੌਲਾ ਫੁੱਲ ਵਰਗਾ ਦਿਨ ਲੱਗਦਾ ਹੈ। ਜੇ ਸਵੇਰੇ ਉੱਠਦੇ ਹੀ ਹੋ ਜੇ ਕਲੇਸ਼, ਸਵੇਰੇ ਉੱਠਦੇ ਹੀ ਹੋ ਜੇ ਲੜਾਈ, ਤੇ ਫਿਰ ਸਾਰਾ ਦਿਨ ਵੀ ਇਉਂ ਲੰਘਦਾ ਵੀ ਅੱਜ ਦਿਨ ਛੇਪਣ 'ਚ ਆਉਂਦਾ ਕਿ ਨਹੀਂ ਆਉਂਦਾ। ਇਹ ਸਾਰਾ ਕੁਝ ਗੁਰੂ ਜੀ ਸਾਨੂੰ ਸਿਖਾਉਂਦੇ ਨੇ, ਪਿਆਰ ਦਾ ਵਰਤਾਅ ਬਣਾਉਣਾ। ਤੇ ਉੱਥੇ ਪਿਆਰ ਵਿੱਚ ਭਗਤ ਕਬੀਰ ਜੀ ਕਹਿੰਦੇ ਚੌਧਰੀ ਜੀ, ਕਹਿੰਦੇ ਫਿਰ ਖੜ ਜਾ, ਹੁਣ ਸੁਣ ਲੈ ਗੁਰੂ ਦੀ ਬਾਣੀ ਸੁਣ ਲੈ। ਕਹਿੰਦਾ ਮੈਂ ਨਹੀਂ ਸੁਣਦਾ, ਕਿਉਂਕਿ ਸੁਣਨ ਨੂੰ ਤਿਆਰ ਨਹੀਂ ਹੁੰਦਾ, ਇਹਦੀ ਉਹ ਐਨਰਜੀ ਖਤਮ ਹੋ ਜਾਂਦੀ ਹੈ, ਸੱਚ ਸੁਣਨ ਦੀ ਇਹਦੇ 'ਚ ਪਾਵਰ ਨਹੀਂ ਰਹਿੰਦੀ। ਕਹਿੰਦੇ ਨਹੀਂ ਤੂੰ ਇੰਨਾ ਕੁਛ ਬੋਲਿਆ, ਅਸੀਂ ਸੁਣਿਆ, ਅਸੀਂ ਤੈਨੂੰ ਕੁਝ ਆਖਿਆ? ਕਹਿੰਦੇ ਨਹੀਂ। ਕਹਿੰਦੇ ਫਿਰ ਦੋ ਟੱਪੇ ਮੈਂ ਕਹਿਣਾ ਤੈਨੂੰ ਸੁਣ ਲੈ। ਖੜ ਗਿਆ ਚੌਧਰੀ, ਬੰਨਿਆ ਰੁੱਧਿਆ ਖੜ ਗਿਆ। ਕਹਿੰਦੇ ਸੁਣ, ਕਹਾਂ ਨਰ ਗਰਬਸ ਥੋਰੀ ਬਾਤ। ਨਰ ਦਾ ਭਾਵ ਹੈ ਮਨੁੱਖ। ਐ ਮਨੁੱਖ, ਐ ਚੌਧਰੀ, ਥੋੜ੍ਹੀ ਜਿਹੀ ਗੱਲ ਦਾ ਐਡਾ ਵੱਡਾ ਮਾਣ ਕਰਦਾ ਹੈ, ਐਡਾ ਵੱਡਾ ਹੰਕਾਰ ਕਰਦਾ ਹੈ। ਮਿੱਟੀ ਮਿੱਟੀ ਦਾ ਹੰਕਾਰ ਕਰ ਰਹੀ ਹੈ, ਤੇਰੀ ਜ਼ਮੀਨ ਵੀ ਮਿੱਟੀ ਹੈ ਤੇ ਤੇਰਾ ਸਰੀਰ ਵੀ ਮਿੱਟੀ ਹੈ, ਕਿਹੜੀ ਗੱਲ ਦਾ ਮਾਣ ਕਰਦਾ ਹੈ? ਜਵਾਬ ਦੇ ਮੈਨੂੰ। ਮਾਟੀ ਮਾਟੀ ਹੋਈ ਏਕ, ਰੋਵਣ ਹਾਰੇ ਕੀ ਕਵਣ ਟੇਕ। ਉਹ ਤਾਂ ਨਾਮ ਵੱਖਰੇ ਸੀ। ਕਹਿੰਦੇ ਲੱਕੜਾਂ ਪਈਆਂ ਨੇ, ਲੱਕੜਾਂ ਰੱਖਤੀਆਂ ਬਈ ਚਿਖਾ 'ਚ, ਸ਼ਮਸ਼ਾਨ ਘਾਟ ਲੈ ਗਏ, ਕਹਿੰਦੇ ਹਾਂ ਚਿਖਾ ਤਿਆਰ ਹੋ ਗਈ, ਕਹਿੰਦੇ ਹੋ ਗਈ, ਤੇ ਲੱਕੜ ਨਾਮ ਪੈ ਗਿਆ ਉਹਦਾ। ਤੇ ਫਿਰ ਕਹਿੰਦੇ ਆਹ ਸਰੀਰ ਡੈੱਡ ਬੋਡੀ ਪਈ ਹੈ, ਆਹ ਸਰੀਰ ਰੱਖ ਦੋ ਹੁਣ ਲੱਕੜਾਂ ਦੇ ਵਿੱਚ, ਤੇ ਸਰੀਰ ਰੱਖਤਾ। ਲੱਕੜ ਦਾ ਨਾਮ ਲੱਕੜ ਹੈ ਤੇ ਸਰੀਰ ਦਾ ਨਾਮ ਸਰੀਰ ਹੈ, ਇਹਦਾ ਨਾਮ ਰੱਖਿਆ ਹੋਇਆ ਫਲਾਣਾ ਸਿੰਘ, ਉਹ ਰੱਖਤਾ। ਤੇ ਥੋੜੇ ਸਮੇਂ ਬਾਅਦ ਕੀ ਆ ਉੱਥੇ? ਮਿੱਟੀ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸਵਾਹ। ਇਸ ਕਰਕੇ ਕਹਿੰਦੇ ਮਿੱਟੀ ਮਿੱਟੀ ਦਾ ਮਾਣ ਕਰੀ ਜਾਂਦੀ ਹੈ। ਕਹਾਂ ਨਰ ਗਰਬਸ ਥੋਰੀ ਬਾਤ, ਮਨ ਦਸ ਨਾਜ, ਟਕਾ ਚਾਰ ਗਾਂਠੀ, ਐਂਡੋ ਟੇਢੋ ਜਾਤ। ਕਹਿੰਦੇ ਤੇਰੀ ਤੋਰ, ਤੇਰੀ ਚਾਲ, ਤੇਰੀ ਬੋਲੀ ਉਹ ਬਦਲ ਗਈ ਇਹਦੇ ਨਾਲ। ਤੇਰੀ ਗਠੜੀ ਦੇ ਵਿੱਚ ਚਾਰ ਟਕੇ, ਥੋੜ੍ਹੀ ਜਿਹੀ ਮਾਇਆ ਆ ਗਈ। ਟਕਾ ਚਾਰ ਗਾਂਠੀ, ਐਂਡੋ ਟੇਢੋ ਜਾਤ। ਕਹਿੰਦੇ ਤੇਰਾ ਤੁਰਨਾ, ਤੇਰਾ ਬੋਲਣਾ, ਤੇਰਾ ਸਮਾਜ ਵਿੱਚ ਵਿਚਰਨਾ, ਸਭ ਕੁਝ ਹੀ ਸੱਚ ਜਾਣੋ। ਤੁਸੀਂ ਵੀ ਵੇਖੇ ਹੋਣਗੇ, ਅਸੀਂ ਅੱਖਾਂ ਨਾਲ ਵੇਖੀਆਂ ਨੇ ਚੀਜ਼ਾਂ।
ਮਾਇਆ ਅੰਮ੍ਰਿਤ ਹੈ, ਮਾਇਆ ਬਹੁਤ ਚੰਗੀ ਚੀਜ਼ ਹੈ ਜੇ ਵਰਤਣੀ ਆ ਗਈ ਤਾਂ। ਜੇ ਵਰਤਣੀ ਨਾ ਆਈ, ਕਈ ਲੋਕ ਐਸੇ ਨੇ 4 ਕਰੋੜ ਦੀ ਕੋਠੀ ਪਾਈ ਬੈਠਾ ਇੱਕ ਬੰਦਾ, ਤੇ ਬਾਹਰ ਅੱਗੇ ਕੁਰਸੀ ਡਾਹੀ ਬੈਠਾ ਹੈ, ਮਹਿੰਗੀ ਕੁਰਸੀ ਤੇ ਬੈਠਾ ਹੈ, ਲੱਖ ਰੁਪਏ ਦੀ ਕੁਰਸੀ ਡਾਹੀ ਬੈਠਾ ਹੈ। ਨਾ ਤਾਂ ਕੋਈ ਧੀ ਪੁੱਤ ਬੁਲਾਉਂਦਾ, ਪ੍ਰੈਕਟੀਕਲ ਦੱਸ ਰਿਹਾ, ਨਾ ਤਾਂ ਕੋਈ ਧੀ ਪੁੱਤ ਬੁਲਾਉਂਦਾ, ਨਾ ਕੋਈ ਨੂੰਹ ਪੋਤਾ ਬੁਲਾਉਂਦਾ, ਨਾ ਕੋਈ ਰਿਸ਼ਤੇਦਾਰ ਆਉਂਦਾ। ਰੋਡ ਦੇ ਉੱਤੇ ਬੈਠਾ, ਰੋਡ ਲੰਘਦਾ, ਕੋਈ ਬੰਦਾ ਹੱਥ ਖੜਾ ਵੀ ਨਹੀਂ ਕਰਦਾ, ਝੂਰਦਾ, ਕਹਿੰਦਾ ਕੀ ਹੋ ਗਿਆ ਮੈਥੋਂ। ਤੁਹਾਡੇ ਵਰਗੇ ਸਿਆਣੇ ਨੇ ਦੱਸਿਆ, ਕਹਿੰਦੇ ਤੂੰ ਮਾਇਆ ਨੂੰ ਮਿੱਤਰ ਬਣਾ ਲਿਆ, ਲੋਕਾਂ ਨਾਲੋਂ ਤੋੜ ਬੈਠਿਆ। ਹੁਣ ਕਹਿੰਦੇ ਮਾਇਆ ਥੋੜੀ ਤੇਰੇ ਕਨੀ ਹੱਥ ਖੜੀ ਕਰੂ, ਤੈਨੂੰ ਵਰਤਣੀ ਨਹੀਂ ਆਈ। ਜੇ ਇਹਨੂੰ ਵਰਤਦਾ, ਕਿਸੇ ਗਰੀਬ ਦੀ ਧੀ ਦਾ ਵਿਆਹ ਕਰਦਾ, ਕਿਸੇ ਗਰੀਬ ਨੂੰ ਕੱਪੜੇ ਦਿੰਦਾ, ਕਿਸੇ ਲੋੜਵੰਦ ਦੁਖੀਏ ਨੂੰ ਇਲਾਜ ਕਰਵਾਉਂਦਾ, ਤੇਰੀ ਹੁਣ ਬੈਂਕ 'ਚ ਪਈ ਥੋੜੀ ਦੇਖਣੀ ਹੈ ਕਿਸੇ ਨੇ ਵੀ ਕਿੰਨੀ ਪਈ ਹੈ। ਤੂੰ ਕੱਲਾ, ਤੇਰੇ ਮਨ ਵਿੱਚ ਇਹ ਆ ਗਿਆ ਵੀ ਮੈਂ ਤਾਂ ਅਰਬਾਂ ਖਰਬਾਂ ਦਾ ਮਾਲਕ ਹਾਂ, ਪਰਿਵਾਰ ਨਾਲੋਂ ਟੁੱਟ ਗਿਆ। ਕਹਿੰਦੇ ਫਿਰ ਹੁਣ ਕੱਲੀ ਮਾਇਆ ਵਰਤ ਲੈ, ਤੇ ਦੁਨੀਆ ਵਾਲਾ ਪਿਆਰ ਹੁਣ ਕਿੱਥੋਂ ਮਿਲੂਗਾ। ਇਸ ਤਰ੍ਹਾਂ ਦੇ ਇੱਕ ਨਹੀਂ, ਅਣਗਿਣਤ ਲੋਕ ਨੇ ਸੰਸਾਰ ਦੇ ਵੀ ਮੈਂ ਕਿਸੇ ਤੋਂ ਕੀ ਲੈਣਾ। ਨਹੀਂ, ਆਹ ਜਿਹੜੇ ਸਾਡੇ ਰਿਸ਼ਤੇ ਨਾਤੇ ਨੇ, ਇਹ ਮਾਇਆ ਤੋਂ ਕਿਤੇ ਜ਼ਿਆਦਾ ਕੀਮਤੀ ਨੇ। ਜਿਸ ਬੰਦੇ ਨੂੰ 2 ਬੰਦੇ ਬੁਲਾਉਂਦੇ ਨਹੀਂ, ਉਹ ਬੰਦੇ ਦਾ ਜਿਉਣਾ ਕੀ ਹੈ। ਤੇ ਜਿਹਦੇ ਆਲੇ ਦੁਆਲੇ ਪਰਿਵਾਰ ਬੈਠਾ, ਰਿਸ਼ਤੇਦਾਰ ਬੈਠੇ ਨੇ, ਉਹ ਬੰਦੇ ਦਾ ਜਿਉਣਾ ਹੀ ਕਮਾਲ ਦਾ ਹੁੰਦਾ ਹੈ। ਹਾਂ, ਉਹਨੇ ਕੁਝ ਖੱਟਿਆ ਸੰਸਾਰ ਤੇ, ਉਹਨੇ ਕੁਝ ਬਣਾਇਆ ਸੰਸਾਰ ਤੇ। ਮਾਇਆ ਵੀ ਜ਼ਰੂਰੀ, ਰਿਲੇਸ਼ਨਸ਼ਿਪ ਵੀ ਜ਼ਰੂਰੀ ਹੈ। ਇਹਨੂੰ ਵੀ ਅਸੀਂ ਇੱਕ ਤਰੀਕੇ ਦੇ ਨਾਲ, ਢੰਗ ਦੇ ਨਾਲ ਸਭ ਨੂੰ ਪਿਆਰ ਕਰਨਾ, ਇੱਜ਼ਤ ਦਿਓ। ਮੁਫਤ ਦੇ ਵਿੱਚ ਇੱਜ਼ਤ ਮਿਲਦੀ ਹੈ। ਕਹਾਂ ਨਰ ਗਰਭ ਸਥੋਰੀ ਬਾਤ, ਤੇ ਉੱਥੇ ਆਖਿਆ ਟਕਾ 4 ਗਾਂਠੀ ਐਂਡੋ ਟੇਢੋ ਜਾਤ, ਬਹੁਤ ਪ੍ਰਤਾਪ ਗਾਉਂ ਸੌ ਪਾਏ। 2 ਲੱਖ ਟਕਾ ਬਰਾਤ, ਕਹਿੰਦੇ ਬਹੁਤ ਲੋਕਾਂ ਦੇ ਵਿੱਚ ਤੇਰਾ ਮਾਣ ਹੋ ਗਿਆ। ਤੇ ਜਿਹੜਾ ਹੈਗਾ ਪਿੰਡ ਦੇ ਵਿੱਚ ਮਾਣ ਹੈ ਵੀ ਚੌਧਰੀ ਫਲਾਣਾ, ਕਈਆਂ ਨੂੰ ਗਾਂ ਹੁੰਦੀ ਹੈ, ਗਰਜ ਹੁੰਦੀ ਹੈ, ਵਿਆਜ ਤੇ ਪੈਸੇ ਲੈਣੇ ਨੇ, ਫਲਾਣਾ ਤੇ ਮੱਕਾ। ਇਸ ਤਰ੍ਹਾਂ ਬਹੁਤ ਪ੍ਰਤਾਪ ਗਾਉਂ ਸੌ ਪਾਏ, 2 ਲੱਖ ਟਕਾ ਬਰਾਤ। ਕਹਿੰਦੇ ਚੌਧਰੀ ਜੀ ਯਾਦ ਰੱਖੋ, ਦਿਵਸ 4 ਕੀ ਕਰੋ ਸਾਹਿਬੀ। ਸਮਝ ਗਏ ਨਾ, ਦਿਵਸ 4 ਕੀ ਕਰੋ ਸਾਹਿਬੀ। ਤੇ 4 ਦਿਨ ਦੀ ਜਿਹੜੀ ਤੇਰੀ ਨਾ ਇੱਥੇ ਚੌਧਰੀ ਵਾਲੀ ਗੱਲ ਦੁਨੀਆ ਤੇ ਚੱਲ ਰਹੀ ਹੈ। ਜੈਸੇ ਬਨ ਹਰ ਪਾਤ, ਜਿਵੇਂ ਦਰਖਤ ਦੇ ਨਾਲ ਪੱਤਾ ਲੱਗਿਆ, ਇਸ ਤਰ੍ਹਾਂ ਦੀ ਤੇਰੀ ਖੇਡ ਹੈ। ਮਾਣ ਨਾ ਕਰੋ ਬੰਦਿਆ। 4 ਦਿਨਾਂ ਦਾ ਪ੍ਰਾਹੁਣਾ ਆਇਆ ਦੁਨੀਆ ਤੇ, ਉਹ ਦਾਵੇ ਬੰਨੇ ਮੁੱਦਤਾਂ ਦੇ। 4 ਦਿਨਾਂ ਦਾ ਪ੍ਰਾਹੁਣਾ ਆਇਆ, ਦਾਵੇ ਬੰਨੇ ਮੁੱਦਤਾਂ ਦੇ। 4 ਦਿਨਾਂ ਦਾ ਪ੍ਰਾਹੁਣਾ ਆਇਆ ਜਗ ਤੇ, ਦਾਵੇ ਬੰਨੇ ਮੁੱਦਤਾਂ ਦੇ। 4 ਦਿਨਾਂ ਦਾ ਪ੍ਰਾਹੁਣਾ ਆਇਆ ਜਗ ਤੇ, ਦਾਵੇ ਬੰਨੇ ਮੁੱਦਤਾਂ ਦੇ। 4 ਦਿਨਾਂ ਦਾ ਪ੍ਰਾਹੁਣਾ ਆਇਆ ਜਗ ਤੇ, ਦਾਵੇ ਬੰਨੇ ਮੁੱਦਤਾਂ ਦੇ। 4 ਦਿਨਾਂ ਦਾ ਪ੍ਰਾਹੁਣਾ ਆਇਆ ਜਗ ਤੇ, ਦਾਵੇ ਬੰਨੇ ਮੁੱਦਤਾਂ ਦੇ। ਕੋਈ ਦਿਨਾਂ ਦਾ ਪ੍ਰਾਹੁਣਾ ਆਇਆ ਜਗ ਤੇ, ਪ੍ਰਾਹੁਣਾ ਆਇਆ ਜਗ ਤੇ, ਦਾਵੇ ਬੰਨੇ ਮੁੱਦਤਾਂ ਦੇ। 4 ਦਿਨਾਂ ਦਾ ਪ੍ਰਾਹੁਣਾ ਆਇਆ ਜਗ ਤੇ, ਦਾਵੇ ਬੰਨੇ ਮੁੱਦਤਾਂ ਦੇ। 4 ਦਿਨਾਂ ਦਾ ਪ੍ਰਾਹੁਣਾ ਆਇਆ ਜਗ ਤੇ, ਦਾਵੇ ਬੰਨੇ ਮੁੱਦਤਾਂ ਦੇ। 4 ਦਿਨਾਂ ਦਾ ਪ੍ਰਾਹੁਣਾ ਆਇਆ ਜਗ ਤੇ, ਦਾਵੇ ਬੰਨੇ ਮੁੱਦਤਾਂ ਦੇ। 4 ਦਿਨਾਂ ਦਾ ਪ੍ਰਾਹੁਣਾ ਆਇਆ ਜਗ ਤੇ, ਦਾਵੇ ਬੰਨੇ ਮੁੱਦਤਾਂ ਦੇ। 4 ਦਿਨਾਂ ਦਾ ਪ੍ਰਾਹੁਣਾ ਆਇਆ ਜਗ ਤੇ, ਦਾਵੇ ਬੰਨੇ ਮੁੱਦਤਾਂ ਦੇ। 4 ਦਿਨਾਂ ਦਾ ਪ੍ਰਾਹੁਣਾ ਆਇਆ ਜਗ ਤੇ, ਬੰਨੇ ਮੁੱਦਤਾਂ ਦੇ। 4 ਦਿਨਾਂ ਦਾ ਪ੍ਰਾਹੁਣਾ ਆਇਆ ਜਗ ਤੇ ਬਈ, ਬੰਨੇ ਮੁੱਦਤਾਂ ਦੇ। 4 ਦਿਨਾਂ ਦਾ ਪ੍ਰਾਹੁਣਾ ਆਇਆ ਜਗ ਤੇ, ਦਾਵੇ ਬੰਨੇ ਮੁੱਦਤਾਂ ਦੇ। ਉਹ 4 ਦਿਨਾਂ ਦਾ ਪ੍ਰਾਹੁਣਾ ਆਇਆ ਜਗ ਤੇ, ਦਾਵੇ ਬੰਨੇ ਮੁੱਦਤਾਂ ਮੁੱਦਤਾਂ ਦੇ।
ਜੈਸੇ ਰੈਣ ਪਰਾਉਣੇ ਉੱਠ ਚੱਲ ਸੈਂ ਪ੍ਰਭਾਤ, ਕਿਆ ਤੂੰ ਰੱਤਾ ਗ੍ਰਸਤ ਸਿਉ ਸਭ ਫੁੱਲਾਂ ਕੀ ਬਗਾਤ। ਭੋਲਿਆ ਇਹ ਤਾਂ ਫੁੱਲਾਂ ਦੀ ਬਾੜੀ ਹੈ, ਪਤਾ ਨਹੀਂ ਇੱਥੋਂ ਕਿਹੜਾ ਕਦੋਂ ਤੁਰ ਜਾਵੇ। ਤੇ ਉੱਥੇ ਫਿਰ ਕਿਹਾ ਬਹੁਤ ਪ੍ਰਤਾਪ ਗਾਉ ਸੌ ਪਾਏ 2 ਲੱਖ ਟਕਾ ਬਰਾਤ, ਦਿਵਸ 4 ਕੀ ਕਰੋ ਸਾਹਿਬੀ ਜੈਸੇ ਬਨਹਰ ਪਾਤ। ਕਹਿੰਦੇ ਚੌਧਰੀਆ ਤੂੰ ਤਾਂ ਕਿਹੜੇ ਬਾਗ ਦੀ ਮੋੜੀ ਐ, ਰਾਵਣ ਹੂੰ ਤੇ ਅਧਿਕ ਛਤਰਪਤ। ਲੰਕਾਪਤੀ ਰਾਵਣ ਦੇ ਨਾਲੋਂ ਬਹੁਤ ਅਮੀਰ ਛਤਰਪਤੀ ਰਾਜੇ, ਚੱਕਰਵਰਤੀ ਰਾਜੇ ਖਿਨਮੇ ਗਏ ਬਲਾਤ। ਕਹਿੰਦੇ ਸਕਿੰਟਾਂ ਦੇ ਵਿੱਚ ਹੀ ਕਬਰਾਂ ਵਿੱਚ ਦੱਬੇ ਗਏ, ਉਹ ਪਏ ਨੇ, ਕਹਿੰਦੇ ਵੇਖ ਲੈ ਜਾ ਕੇ। ਇਸ ਤਰ੍ਹਾਂ ਜਦੋਂ ਮਾਰੀਆਂ ਚਪੇੜਾਂ ਗੁਰਮਤ ਦੀਆਂ, ਚੌਧਰੀ ਸੁਣਦਾ ਗਿਆ, ਸਮਾਂ ਬਣ ਗਿਆ ਨਾ। ਕੋਈ ਸਮਾਂ ਹੁੰਦਾ ਜਦੋਂ ਬੰਦੇ ਤੇ ਚੰਗੇ ਬਚਨ ਦਾ ਅਸਰ ਹੁੰਦਾ ਹੈ, ਨਹੀਂ ਤਾਂ ਇਹ ਕੀਮਤੀ ਤੋਂ ਕੀਮਤੀ ਬਚਨਾਂ ਨੂੰ ਨਾ ਛੱਡ ਕੇ ਪਰੇ ਚਲੇ ਜਾਂਦਾ। ਜਿਵੇਂ ਮੰਨ ਲਓ ਉਦਾਹਰਨ ਦੇ ਤੌਰ ਤੇ ਭੈਣਾਂ ਰੋਂਦੀਆਂ ਨੇ, ਪਤਨੀਆਂ ਰੋਂਦੀਆਂ ਨੇ, ਮਾਵਾਂ ਰੋਂਦੀਆਂ ਨੇ, ਪਿਓ ਰੋਂਦੇ ਨੇ। ਉਹ ਕਹਿੰਦੇ ਪੁੱਤ ਤੂੰ ਆ ਨਸ਼ਾ ਛੱਡ ਦੇ, ਬੁਰਾ ਭਲਾ ਬੋਲ ਕੇ ਤੁਰ ਜਾਂਦਾ, ਸੁਣਦਾ ਹੀ ਨਹੀਂ ਉਹਨਾਂ ਦੇ ਕੀਰ ਨੇ, ਉਹਨਾਂ ਦੇ ਦਰਦ ਸੁਣਦਾ ਹੀ ਨਹੀਂ, ਧੱਕੇ ਮਾਰ ਕੇ ਸਿੱਟ ਜਾਂਦਾ ਕਈ ਵਾਰੀ। ਪਰ ਕਿਤੇ ਸਤਸੰਗ ਮਿਲ ਗਿਆ, ਉੱਥੇ ਫਿਰ ਕਿਤੇ ਨਸ਼ੇ ਤੇ ਵਿਚਾਰ ਚੱਲੀ, ਬਸ ਕਿਸਮਤ ਜਾਗੀ ਤੇ ਫੱਟ ਦੇ ਕੇ ਜਿਹੜਾ ਸੀ ਸ਼ਬਦ ਅੰਦਰ ਬੈਠ ਗਿਆ। ਅਣਗਿਣਤ ਲੋਕ ਨੇ ਜਿਹੜੇ ਸਤਸੰਗ ਦੇ ਵਿੱਚੋਂ ਨਸ਼ਾ ਛੱਡ ਕੇ ਗੁਰੂ ਚਰਨਾਂ ਨਾਲ ਜੁੜ ਗਏ ਤੇ ਜ਼ਿੰਦਗੀ ਸਫਲੀ ਬਣਾ ਲਈ। ਧਿਆਨ ਦੇਤਾ ਨਾ, ਉੱਥੇ ਧਿਆਨ ਨਹੀਂ ਦਿੰਦਾ। ਧਿਆਨ ਜਦੋਂ ਦਿੱਤਾ ਬਸ ਉਸੇ ਵੇਲੇ ਫਿਰ ਸਾਧੂ ਬਣ ਗਿਆ, ਗੁਰਮੁਖੋ ਸੱਚਾ ਕਿਰਤੀ ਬਣ ਗਿਆ। ਇਸ ਤਰ੍ਹਾਂ ਹੁੰਦਾ ਕੋਈ ਸਮਾਂ। ਚੌਧਰੀ ਦਾ ਕੋਈ ਸਮਾਂ ਸੀ ਪਿਆਰ ਵਾਲਿਓ, ਜਦੋਂ ਭਗਤ ਜੀਆਂ ਨੇ ਉਹ ਬਚਨ ਸੁਣਾਏ, ਕਹਿੰਦੇ ਤੂੰ ਆ ਮਿੱਟੀ ਦਾ ਹੀ ਮਾਣ ਕਰੀ ਜਾਂਦਾ, ਰੱਬ ਦੇ ਪਿਆਰਾਂ ਨੂੰ ਬੁਰਾ ਭਲਾ ਬੋਲਦਾ। ਆ ਜਿਹੜੇ ਮੇਰੇ ਨਾਲ ਸੰਗੀ ਨੇ ਨਾ, ਇਹ ਤਾਂ ਕਿਰਤ ਕਰਨ ਵਾਲੇ ਨੇ, ਸਵੇਰੇ ਸ਼ਾਮ ਅਸੀਂ ਰੱਬ ਦੀ ਯਾਦ ਵਿੱਚ ਜੁੜਦੇ ਹਾਂ। ਇਹਨਾਂ ਦਾ ਧਿਆਨ ਮੈਂ ਪਰਮੇਸ਼ਰ ਨਾਲ ਜੋੜਿਆ ਤੇ ਜੁੜਾਇਆ, ਤੇ ਨਾਲ ਆਪਣੀ ਕਿਰਤ ਕਰਦੇ ਨੇ। ਮੈਂ ਕਦੋਂ ਕਹਿਣਾ ਵੀ ਵਿਹਲੇ ਬਹਿ ਕੇ ਖਾਓ, ਨਾ ਇਹ ਠੱਗੀ ਮਾਰਦੇ ਨੇ, ਨਾ ਇਹ ਕਿਸੇ ਨਾਲ ਧੋਖਾ ਕਰਦੇ ਨੇ, ਇਹ ਤਾਂ ਪਿਆਰ ਹੀ ਵੰਡਦੇ ਨੇ, ਵਾਹਿਗੁਰੂ ਵਾਹਿਗੁਰੂ ਜਪਦੇ ਨੇ, ਪਰਮੇਸ਼ਰ ਦਾ ਨਾਮ ਜਪਦੇ ਨੇ। ਤੇ ਤੂੰ ਕਿਹੜੀ ਗੱਲ ਦਾ ਮਾਣ ਕਰਦਾ? ਤੇ ਜਦੋਂ ਇਸ ਤਰ੍ਹਾਂ ਧਿਆਨ ਖਿੱਚਿਆ ਨਾ, ਟੁੱਟਿਆ ਹੋਇਆ ਧਿਆਨ, ਬੇਪਰਵਾਹੀ ਵਾਲਾ, ਚੌਧਰੀ ਨੇ ਸੋਚਿਆ ਵੀ ਭਗਤ ਜਿਹੜੀ ਗੱਲ ਕਹਿ ਰਿਹਾ ਹੈ, ਗੱਲ ਦੇ ਵਿੱਚ ਦਮ ਹੈ। ਝੁਕ ਗਿਆ ਗੁਰਮੁਖੋ। ਬਸ ਜਿਹੜਾ ਝੁਕਣਾ ਸਿੱਖ ਗਿਆ ਨਾ, ਉਹ ਸਭ ਕੁਝ ਲੁੱਟ ਕੇ ਲੈ ਜਾਂਦਾ ਹੈ। ਕਿਉਂਕਿ ਹਨੇਰੀ ਦੇ ਅੱਗੇ ਦਰਖਤ ਕਿਹੜਾ ਟੁੱਟਦਾ ਹੈ? ਜਿਹਨੂੰ ਝੁਕਣਾ ਨਹੀਂ ਆਉਂਦਾ, ਜੜੋਂ ਪੱਟ ਕੇ ਪਰੇ ਮਾਰਦੀ ਹੈ। ਜਿਹੜੇ ਨੂੰ ਝੁਕਣਾ ਆ ਗਿਆ ਨਾ, ਝੁਕਣਾ, ਕਦੇ ਤੁਸੀਂ ਉਸ ਦਰਖਤ ਦੀ ਟਾਹਣੀ ਵੀ ਟੁੱਟੀ ਦਿਖਾ ਦਿਓ, ਟਾਹਣੀ ਵੀ ਨਹੀਂ ਟੁੱਟਦੀ। ਕਿਉਂ? ਉਹ ਝੁਕ ਜਾਂਦਾ ਹਨੇਰੀ ਅੱਗੇ, ਝੁਕ ਜਾਂਦਾ ਵੀ ਲੈ ਲੰਘ ਜਾ, ਥੋੜਾ ਸਮਾਂ ਆਵੇਂਗੀ, ਲੰਘ ਜਾ, ਮੈਂ ਫੇਰ ਆਪਣਾ ਆਨੰਦ ਲੈ ਲੂੰਗਾ। ਸੋ ਇਸ ਕਰਕੇ ਝੁਕਣਾ। ਉੱਥੇ ਜਦੋਂ ਝੁਕ ਗਿਆ ਨਾ ਚੌਧਰੀ, ਕਹਿੰਦਾ ਭਗਤ ਜੀ ਮੈਥੋਂ ਵੱਡੀ ਗਲਤੀ ਹੋ ਗਈ, ਬਹੁਤ ਵੱਡੀ ਗਲਤੀ ਹੋ ਗਈ, ਮੈਂ ਰੱਬ ਦੇ ਪਿਆਰਿਆਂ ਦਾ ਨਰਾਦਰ ਕੀਤਾ ਹੈ, ਮੈਂ ਬਖਸ਼ਿਆ ਜਾਊਂਗਾ। ਕਹਿੰਦੇ ਹਾਂ, ਇਹ ਜਿਹੜਾ ਦਰ ਹੈ ਨਾ, ਇਹ ਗੁਨਾਹੀਆਂ ਨੂੰ ਇਹ ਬਖਸ਼ਦਾ ਹੈ, ਪਾਪੀਆਂ ਨੂੰ ਬਖਸ਼ਣ ਵਾਲਾ ਇਹ ਦਰ ਹੈ, ਭੁੱਲਿਆਂ ਨੂੰ ਬਖਸ਼ਣ ਵਾਲਾ ਇਹ ਦਰ ਹੈ। ਜਿਹਦਾ ਧਿਆਨ ਆਪਣੀ ਮੰਜ਼ਿਲ ਤੋਂ ਟੁੱਟ ਜਾਵੇ, ਉਹਦਾ ਧਿਆਨ ਸਹੀ ਥਾਂ ਤੇ ਲਿਆਉਣ ਵਾਸਤੇ ਇਹ ਦਰ ਹੈ। ਕਹਿੰਦੇ ਭਗਤ ਜੀ ਧਿਆਨ ਟੁੱਟ ਕਿਵੇਂ ਗਿਆ? ਕਹਿੰਦੇ ਜਾਤ ਇਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਭਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ, ਕਹੈ ਨਾਨਕ ਗੁਰ ਪ੍ਰਸਾਦੀ, ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ। ਕਹਿੰਦੇ ਜਿਨ੍ਹਾਂ ਦੀ ਗੁਰੂ ਕਿਰਪਾ ਦੇ ਨਾਲ ਲਿਵ ਜੁੜ ਗਈ ਨਾ, ਲਿਵ ਕਹੀਏ ਧਿਆਨ, ਤੇ ਜਦੋਂ ਧਿਆਨ ਟੁੱਟਦਾ, ਸਾਚੀ ਲਿਵੈ ਬਿਨ ਦੇਹ ਨਮਾਣੀ, ਫਿਰ ਆ ਦੇਹੀ ਕੁਛ ਨਹੀਂ ਹੈ। ਫਿਰ ਕੀ ਹੈ? ਇਹ ਗੰਦ ਦਾ ਹੀ ਪੁਤਲਾ ਹੈ ਫਿਰ ਤਾਂ। ਇਹ ਵੇਖ ਲਓ ਕਿੱਥੇ ਨਹੀਂ ਇਹਦੇ ਗੰਦ ਹੈਗਾ, ਇਹ ਤਾਂ ਐਵੇਂ ਹੀ ਛਾਲਾ ਮਾਰਦਾ ਫਿਰਦਾ ਹੈ। ਅੱਖਾਂ 'ਚ ਸਵੇਰੇ ਉੱਠਦਿਆਂ ਇਹਦੀਆਂ ਅੱਖਾਂ 'ਚ ਗੰਦ, ਆ ਨੌਹਾਂ 'ਚ ਗੰਦ, ਮੂੰਹ ਇਹ ਬਰਸ਼ ਨਾ ਕਰੇ ਤਾਂ ਇਹਦੇ ਮੂੰਹ 'ਚ ਗੰਦ, ਇਹਦੇ ਕੰਨਾਂ 'ਚ ਗੰਦ, ਇਹਦੇ ਨੱਕ 'ਚ ਗੰਦ, ਗੁਪਤ ਇੰਦਰੇ ਮਲ ਮੂਤਰ, ਕੀ ਕੁਛ ਹੈ ਇਹ। ਪੈਰਾਂ ਦੇ ਨੌਹਾਂ 'ਚ ਗੰਦ, ਪਸੀਨਾ ਆਵੇ ਤੂੰ ਸਾਬਣ ਨਾ ਲਾ, ਨਹਾ ਨਾ 2 ਦਿਨ ਤੇਰੇ ਕੋਲੇ ਬੰਦਾ ਖੜ ਕੇ ਦਿਖਾ ਦੇ। ਗੰਦ ਦੀ ਪੋਟਲੀ ਗੰਦੇ ਕਰਮ ਕਰੀ ਜਾਂਦੀ ਹੈ, ਤੇ ਫਿਰ ਇਹਦਾ ਚੰਗਾ ਕਿਹੜਾ ਪਾਸਾ ਰਹਿ ਗਿਆ? ਸੋਚੋ ਕਦੇ। ਗੰਦ ਦੀ ਪੋਟਲੀ ਹੈ ਸਰੀਰ, ਇਹ ਬਹੁਤਾ ਕੁਛ ਨਹੀਂ ਹੈਗਾ। ਇਹ ਤਾਂ ਵਾਹਿਗੁਰੂ ਨੇ ਪਾਣੀ ਬਣਾਤਾ, ਜੇ ਕਿਤੇ ਪਾਣੀ ਨਾ ਹੁੰਦਾ ਇਵੇਂ ਹੀ ਮਰ ਜਾਂਦੀ ਦੁਨੀਆ। ਪਾਣੀ ਨਾਲ ਮਾੜੀ ਮੋਟੀ ਸਫਾਈ ਹੋ ਜਾਂਦੀ ਹੈ ਸਰੀਰ ਦੀ, ਹੋਰ ਤਾਂ ਕੀ ਹੈ। ਪਰ ਦਾਅਵੇ ਐਡੇ ਬੰਦਾ, ਇੰਨਾ ਹੰਕਾਰ, ਐਡਾ ਮੂਰਖ ਬਣਿਆ ਬੰਦਾ ਵੀ ਸਾਰੇ ਤਾਂ ਗੰਦ ਚੱਕੀ ਫਿਰਦਾ, ਕਰਮ ਵੀ ਗੰਦੇ ਕਰ ਲਏ, ਤੇ ਫਿਰ ਚੰਗਾ ਕੀ ਰਹਿ ਗਿਆ? ਕੁਛ ਵੀ ਨਹੀਂ। ਇਸ ਕਰਕੇ ਗੁਰੂ ਦੀ ਬਾਣੀ ਨਿਰਮਲ ਹੈ, ਪਵਿੱਤਰ ਹੈ। ਗੁਰੂ ਦੀ ਬਾਣੀ ਨਾਲ ਜੁੜੀਏ। ਜੇ ਕਰਮ ਚੰਗਾ ਹੋ ਗਿਆ, ਫਿਰ ਇਹ ਗੰਦ ਦੀ ਪੋਟਲੀ ਪ੍ਰਵਾਨ ਹੋ ਜਾਂਦੀ ਹੈ, ਗੁਰੂ ਦੇ ਦਰ ਤੇ ਪ੍ਰਵਾਨ ਹੋ ਜਾਂਦੀ ਹੈ।
ਕਿਉਂਕਿ ਕਰਮ ਚੰਗਾ ਕਰਦਾ, ਫਿਰ ਇਹ ਸੋਚ ਚੰਗੀ ਬਣ ਜਾਂਦੀ ਹੈ ਤੇ ਫਿਰ ਇਹ ਮਹਾਨ ਬਣ ਜਾਂਦਾ ਹੈ। ਤਾਂ ਭਾਈ ਉੱਥੇ ਚੌਧਰੀ ਫਿਰ ਝੁਕਿਆ, ਕਹਿੰਦਾ ਭਗਤ ਜੀ ਮੈਨੂੰ ਮਾਫ ਕਰ ਦਿਓ, ਮੈਥੋਂ ਗਲਤੀ ਹੋ ਗਈ। ਕਹਿੰਦੇ ਹੁਣ ਅੱਗੇ ਤੋਂ ਧਿਆਨ ਕਰ, ਇਹ ਧਿਆਨ ਰੱਖਣਾ, ਇੱਕ ਤਾਂ ਮਾਣ ਨਹੀਂ ਕਰਨਾ, ਇੱਕ ਕਦੇ ਕਿਸੇ ਦਾ ਨਰਾਦਰ ਨਹੀਂ ਕਰਨਾ, ਮਿੱਠਾ ਬੋਲਣਾ, ਵਾਹਿਗੁਰੂ ਦੇ ਪਿਆਰ ਵਿੱਚ ਰਹਿਣਾ। ਤੇ ਗੁਰਮੁਖੋ ਬਾਣੀ ਨਾਲ ਜੋੜ ਦਿੱਤਾ ਤੇ ਚੌਧਰੀ ਆਪਣੀਆਂ ਸਾਰੀਆਂ ਡਿਊਟੀਆਂ ਨਿਭਾਉਂਦਾ ਹੋਇਆ ਅੱਜ ਚੌਧਰੀ ਨੂੰ ਸਾਧੂ ਬਣਾ ਦਿੱਤਾ ਭਗਤ ਕਬੀਰ ਜੀਆਂ ਨੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਹੁੰਦਾ ਲੁੱਟ ਲੁੱਟਣੀ, ਇਹ ਹੁੰਦਾ ਧਿਆਨ। ਤੇ ਅੱਜ ਚੌਧਰੀ ਭਗਤ ਜੀ ਨੂੰ ਮਿਲਿਆ, ਸਮੇਂ ਬਾਅਦ ਮਿਲਿਆ, ਉਸੇ ਰਸਤੇ ਤੇ ਖੜਾ ਹੈ। ਕਹਿੰਦੇ ਚੌਧਰੀ ਆ ਸੁਣਾ ਕੀ ਹਾਲ ਹੈ? ਸੈਰ ਕਰਕੇ ਮੁੜੇ, ਉਹੀ ਸੰਗੀ ਨਾਲ ਨੇ। ਸੁਣਾ ਕੀ ਹਾਲ ਹੈ? ਅੱਖਾਂ 'ਚੋਂ ਅੱਥਰੂ ਆ ਗਏ। ਕਿਉਂ? ਝੁਕਣਾ ਆ ਗਿਆ ਨਾ ਅੱਜ, ਪਹਿਲਾਂ ਆਕੜਿਆ ਖੜਾ ਸੀ, ਹੰਕਾਰ ਸੀ ਅੰਦਰ, ਝੁਕਿਆ ਖੜਾ ਹੈ, ਅੱਖਾਂ 'ਚੋਂ ਅੱਥਰੂ ਆ ਗਏ। ਕਹਿੰਦੇ ਸੁਣਾ, ਦੱਸ, ਸੰਗਤ ਸੁਣਨਾ ਚਾਹੁੰਦੀ ਹੈ। ਕਹਿੰਦੇ ਆ ਜ਼ਮੀਨ ਕਿਹਦੀ ਹੈ? ਚੁੱਪ ਕਰ ਗਿਆ। ਜਿੱਥੇ ਤੱਕ ਨਿਗਾਹ ਜਾਂਦੀ ਹੈ ਤੇਰੀ ਓ ਹੈ ਚੌਧਰੀ ਆ। ਚੁੱਪ ਕਰ ਗਿਆ, ਬੋਲਿਆ ਨਹੀਂ। ਭਗਤ ਜੀ ਬਾਣ ਮਾਰੀ ਜਾਂਦੇ ਨੇ। ਕਹਿੰਦੇ ਦੁਨੀਆਦਾਰੀ ਦੀਆਂ ਗੱਲਾਂ ਕਰੀਏ, ਤੈਨੂੰ ਸੁਣਾਈਏ ਗੱਲਾਂ ਵੀ ਬਨਾਰਸ ਵਿੱਚ ਕੀ ਹੋ ਰਿਹਾ, ਫਲਾਣਾ ਕੀ ਕਰਦਾ? ਕਹਿੰਦਾ ਨਾ ਜੀ, ਹੁਣ ਮੇਰੇ ਕੰਨ ਸੁਣਨ ਨੂੰ ਤਿਆਰ ਨਹੀਂ, ਮੈਨੂੰ ਕੋਈ ਬਾਣੀ ਦੀ ਗੱਲ ਸੁਣਾਓ। ਵੇਖੋ ਜੁੜ ਗਿਆ ਧਿਆਨ, ਆਪਣੀ ਮੰਜ਼ਿਲ ਨੂੰ ਚੱਲ ਪਿਆ। ਹੁਣ ਸੱਚਖੰਡ ਦਾ ਵਾਸੀ, ਸੱਚਖੰਡ ਨੂੰ ਸੁਰਤ ਜਾ ਰਹੀ ਹੈ, ਹੁਣ ਉਹ ਪਾਸੇ ਸੱਚ ਨਾਲ ਜੁੜ ਗਿਆ। ਕਹਿੰਦੇ ਚੌਧਰੀ ਜੀ ਦੱਸੋ ਫਿਰ, ਜੋ ਆਪਾਂ ਸ਼ੁਰੂ ਵਿੱਚ ਪੜ੍ਹਿਆ ਉਹ ਪੜੋ ਸਾਰੇ। ਚੌਧਰੀ ਨਾਲੇ ਤਾਂ ਰੋਈ ਜਾਂਦਾ ਤੇ ਨਾਲੇ ਭਗਤ ਜੀਆਂ ਨੂੰ ਕਹਿੰਦਾ, ਇੱਕ ਤੇਰਾ ਹੀ ਸਹਾਰਾ ਮੇਰਿਆ ਮਾਲਕਾ, ਨਿਮਾਣੀ ਮੇਰੀ ਜਿੰਦੜੀ ਨੂੰ। ਇੱਕ ਤੇਰਾ ਹੀ ਸਹਾਰਾ ਮੇਰਿਆ ਮਾਲਕਾ, ਨਿਮਾਣੀ ਮੇਰੀ ਜਿੰਦੜੀ ਨੂੰ। ਇੱਕ ਤੇਰਾ ਹੀ ਸਹਾਰਾ ਮੇਰਿਆ ਮਾਲਕਾ, ਨਿਮਾਣੀ ਮੇਰੀ ਜਿੰਦੜੀ ਨੂੰ। ਇੱਕ ਤੇਰਾ ਹੀ ਸਹਾਰਾ ਮੇਰਿਆ ਮਾਲਕਾ, ਨਿਮਾਣੀ ਮੇਰੀ ਜਿੰਦੜੀ ਨੂੰ। ਇੱਕ ਤੇਰਾ ਹੀ ਸਹਾਰਾ ਮੇਰਿਆ ਮਾਲਕਾ, ਨਿਮਾਣੀ ਮੇਰੀ ਜਿੰਦੜੀ ਨੂੰ। ਇੱਕ ਤੇਰਾ ਹੀ ਸਹਾਰਾ ਮੇਰਿਆ ਮਾਲਕਾ, ਨਿਮਾਣੀ ਮੇਰੀ ਜਿੰਦੜੀ ਨੂੰ। ਇੱਕ ਤੇਰਾ ਹੀ ਸਹਾਰਾ ਸੱਚੇ ਪਾਤਸ਼ਾਹ, ਸਹਾਰਾ ਸੱਚੇ ਪਾਤਸ਼ਾਹ, ਨਿਮਾਣੀ ਮੇਰੀ ਜਿੰਦੜੀ ਨੂੰ। ਇੱਕ ਤੇਰਾ ਹੀ ਸਹਾਰਾ ਸੱਚੇ ਪਾਤਸ਼ਾਹ, ਨਿਮਾਣੀ ਮੇਰੀ ਜਿੰਦੜੀ ਨੂੰ। ਇੱਕ ਤੇਰਾ ਹੀ ਸਹਾਰਾ ਸੱਚੇ ਪਾਤਸ਼ਾਹ, ਨਿਮਾਣੀ ਮੇਰੀ ਜਿੰਦੜੀ ਨੂੰ। ਇੱਕ ਤੇਰਾ ਹੀ ਸਹਾਰਾ ਸੱਚੇ ਪਾਤਸ਼ਾਹ, ਨਿਮਾਣੀ ਮੇਰੀ ਜਿੰਦੜੀ ਨੂੰ। ਇੱਕ ਤੇਰਾ ਹੀ ਸਹਾਰਾ ਸੱਚੇ ਪਾਤਸ਼ਾਹ, ਨਿਮਾਣੀ ਮੇਰੀ ਜਿੰਦੜੀ ਨੂੰ। ਇੱਕ ਤੇਰਾ ਹੀ ਸਹਾਰਾ ਸੱਚੇ ਪਾਤਸ਼ਾਹ, ਨਿਮਾਣੀ ਮੇਰੀ ਜਿੰਦੜੀ ਨੂੰ। ਕਹਿੰਦਾ ਜੀ ਪਹਿਲਾਂ ਮੈਂ ਆ ਜ਼ਮੀਨਾਂ ਜਾਇਦਾਦਾਂ ਨੂੰ ਹੋਰ ਜਿਹੜਾ ਸੀ ਸਹਾਰੇ ਬਣਾਇਆ ਹੋਇਆ ਸੀ, ਪਰ ਹੁਣ ਮੈਂ ਰਹਿਣਾ ਇਹਨਾਂ ਦੇ ਵਿੱਚ ਆ, ਮੁਰਗਾਈ ਦੀ ਤਰ੍ਹਾਂ ਨਿਰਲੇਪ ਹੋ ਗਿਆ। ਹੁਣ ਮੈਨੂੰ ਇਹਨਾਂ 'ਚ ਪਕੜ ਨਹੀਂ ਰਹੀ, ਕਿਉਂਕਿ ਕੀ ਪਤਾ ਸਰੀਰ ਦਾ ਕਦੋਂ ਡਾਰੀ ਮਾਰ ਜਾਣੀ ਹੈ। ਇਸ ਕਰਕੇ ਰਹਿਣਾ ਵਿੱਚ ਆ, ਜ਼ਿੰਮੇਵਾਰੀਆਂ ਨਿਭਾਉਣਾ, ਪਰ ਹੁਣ ਸਹਾਰਾ ਜਿਹੜਾ ਮੈਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਹੈ, ਉਹ ਆਸਰਾ ਮੈਂ ਬਣਾ ਲਿਆ। ਸੋ ਆਪਾਂ